ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਫਿਜ਼ੀਕਲ ਪਾਲਿਸੀ ਇਨ ਕੇਨਜ਼ੀਅਨ ਮਾਡਲ। ਕੇਨਜ਼ ਮਾਡਲ ਵਿੱਚ ਰਾਜਕੋਸ਼ੀ ਨੀਤੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਇਨਕਮ ਐਂਡ ਆਊਟਪੁੱਟ ਡਿਟਰਮੀਨੇਸ਼ਨ ਨੂੰ ਲੈ ਕੇ ਟੂ ਥਿਊਰੀ ਸੀਗੀਆਂ, ਕਲਾਸੀਕਲ ਥਿਊਰੀ ਐਂਡ ਕੇਨਜ਼ੀਅਨ ਥਿਊਰੀ। ਜੋ ਆਪਾਂ ਨੇ ਕੀਤੀ ਸੀ ਕੇਨਜ਼ੀਅਨ ਥਿਊਰੀ ਆਫ ਇਨਕਮ ਐਂਡ ਆਊਟਪੁੱਟ ਡਿਟਰਮੀਨੇਸ਼ਨ, ਕਿ ਕੇਨਜ਼ ਦੇ ਥਰੂ ਜਿਹੜੀ ਆਪਣੀ ਇਕੁਇਲਿਬਰੀਅਮ ਆਊਟਪੁੱਟ ਹੈ ਕੀਤੀ ਹੋਏਗੀ ਤੇ ਇੰਪਲੋਇਮੈਂਟ ਕੀਤੀ ਹੋਏਗੀ। ਤਾਂ ਉਹਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਜਿਹੜੀਆਂ ਟੂ ਬੇਸਿਕ ਅਜ਼ੰਪਸ਼ਨਸ ਨੇ, ਕੇਨਸ ਨੇ ਕਿਹਾ ਸੀਗਾ ਕਿ ਇੱਕ ਤਾਂ ਇਕੁਇਲਿਬਰੀਅਮ ਜੀਡੀਪੀ ਇਕੁਇਲਿਬਰੀਅਮ ਆਊਟਪੁੱਟ ਉੱਥੇ ਹੋਏਗੀ ਜਿੱਥੇ ਕਹਿੰਦੇ ਐਗਰੀਗੇਟ ਸਪਲਾਈ ਮੀਨਸ ਐਗਰੀਗੇਟ ਆਊਟਪੁੱਟ ਇਕੁਅਲ ਟੂ ਕੀ ਹੋਏਗਾ, ਐਗਰੀਗੇਟ ਐਕਸਪੈਂਡੀਚਰ ਹੋਏਗਾ, ਐਗਰੀਗੇਟ ਡਿਮਾਂਡ ਹੋਏਗਾ। ਐਂਡ ਸੈਕਿੰਡ ਉਹਨਾਂ ਨੇ ਲਿਆ ਸੀ ਕਿ ਜਿੱਥੇ ਸੇਵਿੰਗ ਇਜ਼ ਇਕੁਅਲ ਟੂ ਇਨਵੈਸਟਮੈਂਟ ਹੋਏਗੀ ਉੱਥੇ ਕੀ ਹੋਏਗਾ, ਆਪਣਾ ਇਕੁਇਲਿਬਰੀਅਮ ਆਊਟਪੁੱਟ ਹੋਏਗੀ ਕਿ ਐਸ ਇਜ਼ ਇਕੁਅਲ ਟੂ ਆਈ ਹੋਏਗੀ। ਤੇ ਉਸ ਤਰ੍ਹਾਂ ਉਹਨੇ ਲਿਖਤਾ ਸੀਗਾ ਕਿ ਐਗਰੀਗੇਟ ਐਕਸਪੈਂਡੀਚਰ ਦੇ ਵਿੱਚ ਕਹਿੰਦੇ ਕੀ ਲਿਖਤਾ ਸੀ ਉਹਨਾਂ ਨੇ ਕਿ ਐਗਰੀਗੇਟ ਡਿਮਾਂਡ ਮੀਨਸ ਡਿਮਾਂਡ ਕਹਿੰਦੇ ਆਪਾਂ ਟੂ ਥਿੰਗਸ ਦੀ ਕਰਦੇ ਆ ਟੂ ਸੈਕਟਰ ਇਕਨੋਮੀ ਦੇ ਵਿੱਚ ਉਹਨਾਂ ਨੇ ਲਿਖਤਾ ਸੀਗਾ। ਇੱਕ ਕਹਿੰਦੇ ਆਪਾਂ ਹਾਊਸ ਹੋਲਡ ਸੈਕਟਰ ਲੈਂਦੇ ਆ, ਇੱਕ ਆਪਣਾ ਪ੍ਰੋਡਿਊਸਰ ਸੈਕਟਰ ਲੈਂਦੇ ਆ। ਮੀਨਸ ਆਪਾਂ ਇੱਕ ਕੰਜ਼ੰਪਸ਼ਨ ਗੁਡਸ ਦੀ ਡਿਮਾਂਡ ਕਰਦੇ ਆ, ਇੱਕ ਆਪਣਾ ਇਨਵੈਸਟਮੈਂਟ ਗੁਡਸ ਦੀ ਡਿਮਾਂਡ ਕਰਦੇ ਆ। ਤਦ ਕਹਿੰਦੇ ਆਪਾਂ ਐਕਸਪੈਂਡੀਚਰ ਕਿਤੇ ਕਰਾਂਗੇ, ਐਗਰੀਗੇਟ ਐਕਸਪੈਂਡੀਚਰ ਜਾਂ ਤਾਂ ਕੰਜ਼ੰਪਸ਼ਨ ਐਕਸਪੈਂਡੀਚਰ ਕਰਾਂਗੇ ਜਾਂ ਫਿਰ ਇਨਵੈਸਟਮੈਂਟ ਐਕਸਪੈਂਡੀਚਰ ਕਰਾਂਗੇ। ਬਟ ਮੇਨਲੀ ਉਹਨੇ ਕਿਹਾ ਸੀਗਾ ਕਿ ਆਪਣਾ ਫੋਰਥ ਸੈਕਟਰ ਇਕਨੋਮੀ ਦੇ ਵਿੱਚ ਕਹਿੰਦੇ ਜਿਹੜਾ ਆਪਣਾ ਟੋਟਲ ਐਕਸਪੈਂਡੀਚਰ ਹੁੰਦਾ, ਐਗਰੀਗੇਟ ਐਕਸਪੈਂਡੀਚਰ ਹੁੰਦਾ, ਉਹ ਕਿਸ ਕਿਸ ਚੀਜ਼ ਤੇ ਹੁੰਦਾ, ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਐਕਸਪੈਂਡੀਚਰ ਪਲੱਸ ਨੈਟ ਐਕਸਪੋਰਟ ਐਕਸਪੈਂਡੀਚਰ। ਠੀਕ ਹੈ, ਫੋਰ ਦੀ ਗੱਲ ਕੀਤੀ ਸੀ, ਲੇਕਿਨ ਕੇਨਸ ਨੇ ਟੂ ਸੈਕਟਰ ਇਕਨੋਮੀ ਦੇ ਵਿੱਚ ਸਿਰਫ ਕੰਜ਼ੰਪਸ਼ਨ ਤੇ ਇਨਵੈਸਟਮੈਂਟ ਨੂੰ ਲਿੱਤਾ ਸੀਗਾ। ਤੇ ਉਹਨੇ ਜਿਹੜਾ ਆਪਣਾ ਥਰਡ ਸੈਕਟਰ ਹੈ ਗਵਰਨਮੈਂਟ ਸੈਕਟਰ, ਉਹਨੂੰ ਕੀ ਕੀਤਾ ਸੀ, ਨਹੀਂ ਲਿੱਤਾ ਸੀ। ਲੇਕਿਨ ਹੁਣ ਉਸਨੇ ਇਸ ਮਾਡਲ ਦੇ ਵਿੱਚ ਕੀ ਲਿੱਤਾ ਹੈ, ਥ੍ਰੀ ਸੈਕਟਰਸ ਲਿੱਤੇ ਨੇ ਆਪਣੇ। ਉਹਨੇ ਫਰਸਟ ਤਾਂ ਲਿੱਤਾ ਆਪਣਾ ਜਿਹੜਾ ਵੀ ਹੈ ਹਾਊਸ ਹੋਲਡ ਸੈਕਟਰ, ਕੰਜ਼ੰਪਸ਼ਨ ਸੈਕਟਰ, ਐਂਡ ਸੈਕਿੰਡ ਉਹਨੇ ਲਿੱਤਾ ਹੈ ਆਪਣਾ ਇਨਵੈਸਟਮੈਂਟ ਸੈਕਟਰ, ਐਂਡ ਥਰਡ ਲਿੱਤਾ ਹੈ ਉਹਨੇ ਗਵਰਨਮੈਂਟ ਸੈਕਟਰ। ਕਿਉਂਕਿ ਆਪਣੀ ਇਕੋਨਮੀ ਦੇ ਵਿੱਚ ਜਦੋਂ ਵੀ ਕਹਿੰਦੇ ਆਪਾਂ ਨੇ ਆਊਟਪੁੱਟ ਕਰਨੀ ਆ ਜਾਂ ਆਪਾਂ ਨੇ ਪ੍ਰੋਡਕਸ਼ਨ ਕਰਨੀ ਹੈ ਕਿਸੇ ਵੀ ਗੁੱਡ ਦੀ, ਐਕਸਪੈਂਡੀਚਰ ਕਰਨਾ ਹੈ ਪ੍ਰਾਈਸ ਤਾਂ ਫਿਰ ਪ੍ਰੋਡਕਸ਼ਨ ਤੇ ਪ੍ਰਾਈਸਿਸ ਤੇ ਇੰਪਲੋਇਮੈਂਟ ਤੇ ਕਹਿੰਦੇ ਜਿਹੜੀ ਗਵਰਨਮੈਂਟ ਆ ਥਰਡ ਸੈਕਟਰ ਦਾ ਉਹਦਾ ਅਫੈਕਟ ਪੈਂਦਾ ਹੈ। ਗਵਰਨਮੈਂਟ ਦੇ ਥਰੂ ਆਪਣੀ ਇਨਵੈਸਟਮੈਂਟ ਵੀ ਅਫੈਕਟ ਕਰੇਗੀ, ਆਪਣੀ ਆਊਟਪੁੱਟ ਵੀ ਹੈ ਕਿ ਅਫੈਕਟ ਕਰੇਗੀ। ਤਾਂ ਆਪਾਂ ਇੱਥੇ ਗਵਰਨਮੈਂਟ ਸੈਕਟਰ ਦੀ ਗੱਲ ਕਰਾਂਗੇ। ਕੇਨਸ ਦੇ ਦੁਆਰਾ ਜੋ ਉਹਨੇ ਐਗਰੀਗੇਟ ਜਿਹੜੀ ਡਿਮਾਂਡ ਆ ਉਹਦੇ ਵਿੱਚ ਗਵਰਨਮੈਂਟ ਦਾ ਰੋਲ ਦੱਸਿਆ ਕਿ ਗਵਰਨਮੈਂਟ ਦਾ ਕੀ ਰੋਲ ਹੈ। ਤਦ ਕਹਿੰਦੇ ਜਿਹੜਾ ਆਪਣੀ ਗਵਰਨਮੈਂਟ ਹੈ ਉਹਨੇ ਕੀ ਲਿੱਤਾ, ਕੇਨਸ ਨੇ ਫਿਜ਼ੀਕਲ ਪਾਲਿਸੀ ਲਿੱਤੀ ਆ। ਫਿਜ਼ੀਕਲ ਜਿਹੜੀ ਪਾਲਿਸੀ ਦੇ ਅੰਡਰ ਜੋ ਵੀ ਕਹਿੰਦੇ ਚੇਂਜਸ ਆਉਂਦੀਆਂ ਨੇ ਐਗਰੀਗੇਟ ਡਿਮਾਂਡ ਦੇ ਵਿੱਚ, ਉਹਨਾਂ ਨੂੰ ਉਹਨੇ ਇਸ ਮਾਡਲ ਦੇ ਵਿੱਚ ਕੀ ਕੀਤਾ ਹੈ, ਐਕਸਪਲੇਨ ਕੀਤਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਥਰਡ ਸੈਕਟਰਸ। ਕਹਿੰਦੇ ਕੇਨਸ ਨੇ ਇਹਦੇ ਵਿੱਚ ਥ੍ਰੀ ਸੈਕਟਰਸ ਲਿੱਤੇ ਨੇ, ਹਾਊਸ ਹੋਲਡ ਸੈਕਟਰ, ਪ੍ਰੋਡਿਊਸਰ ਸੈਕਟਰ ਐਂਡ ਗਵਰਨਮੈਂਟ ਸੈਕਟਰ। ਇਹ ਤਿੰਨੇ ਸੈਕਟਰਸ ਕੀ ਕਰਦੇ ਨੇ, ਜਿਹੜੀ ਐਗਰੀਗੇਟ ਡਿਮਾਂਡ ਹੈ, ਟੋਟਲ ਡਿਮਾਂਡ ਹੈ, ਉਹਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ। ਕਿਉਂਕਿ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ ਥ੍ਰੀ ਸੈਕਟਰਸ ਦੇ ਦੁਆਰਾ ਕੀਤੀ ਜਾਂਦੀ ਹੈ। ਕੰਜ਼ੰਪਸ਼ਨ ਸੈਕਟਰ ਦੇ ਦੁਆਰਾ ਕੀਤੀ ਜਾਂਦੀ ਹੈ, ਕੰਜ਼ੰਪਸ਼ਨ ਕੀਤੀ ਜਾਂਦੀ ਹੈ, ਕੰਜ਼ੰਪਸ਼ਨ ਐਕਸਪੈਂਡੀਚਰ ਕੀਤਾ ਜਾਂਦਾ ਹਾਊਸ ਹੋਲਡ ਸੈਕਟਰ ਦੇ ਦੁਆਰਾ, ਤੇ ਇਨਵੈਸਟਮੈਂਟ ਕੀਤੀ ਜਾਂਦੀ ਹੈ ਫਰਮਸ ਦੇ ਦੁਆਰਾ, ਪ੍ਰੋਡਿਊਸਰ ਸੈਕਟਰ ਦੇ ਦੁਆਰਾ, ਤੇ ਗਵਰਨਮੈਂਟ ਐਕਸਪੈਂਡੀਚਰ ਕੀਤਾ ਜਾਂਦਾ ਹੈ ਗਵਰਨਮੈਂਟ ਦੇ ਦੁਆਰਾ। ਤਾਂ ਗਵਰਨਮੈਂਟ ਦੀ ਇਨਕਮ ਤੇ ਐਕਸਪੈਂਡੀਚਰ ਦੀ ਗੱਲ ਕਰਾਂਗੇ ਕਿ ਗਵਰਨਮੈਂਟ ਇਨਕਮ ਕਿਵੇਂ ਇਕੱਠੀ ਕਰਦੀ ਹੈ, ਤੇ ਇਨਕਮ ਉਹ ਟੈਕਸਿਸ ਦੇ ਥਰੂ ਇਕੱਠੀ ਕਰਦੀ ਆ, ਉਸ ਦਾ ਵੀ ਐਗਰੀਗੇਟ ਡਿਮਾਂਡ ਤੇ ਇਫੈਕਟ ਪਏਗਾ। ਤੇ ਉਹ ਕੀ ਕਰਦੀ ਆ, ਐਕਸਪੈਂਡੀਚਰ ਕਰਦੀ ਆ, ਉਸ ਦਾ ਵੀ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਆ ਉਸ ਤੇ ਕੀ ਪਏਗਾ, ਅਫੈਕਟ ਪਏਗਾ। ਤਾਂ ਥ੍ਰੀ ਸੈਕਟਰ ਇਕਨੋਮੀ ਦੇ ਵਿੱਚ ਆਪਾਂ ਫਿਜ਼ੀਕਲ ਪਾਲਿਸੀ ਦੀ ਗੱਲ ਕਰਦੇ ਆ ਜੋ ਗਵਰਨਮੈਂਟ ਚੂਜ਼ ਕਰਦੀ ਆ। ਗਵਰਨਮੈਂਟ ਜੋ ਇਕਨੋਮਿਕ ਸਟੈਬਲਾਈਜੇਸ਼ਨ ਦੇ ਲਈ ਤੇ ਆਊਟਪੁੱਟ ਇਨਕਰੀਜ਼ ਕਰਨ ਦੇ ਲਈ ਤੇ ਸੋਸ਼ਲ ਵੈਲਫੇਅਰ ਦੇ ਲਈ ਯੂਜ਼ ਕਰਦੀ ਆ। ਤਾਂ ਫਿਜ਼ੀਕਲ ਪਾਲਿਸੀ ਦੇ ਨਾਲ ਆਪਣੀ ਏਡੀ ਕਿੱਦਾਂ ਅਫੈਕਟ ਕਰੇਗੀ, ਐਗਰੀਗੇਟ ਡਿਮਾਂਡ ਕਿੱਦਾਂ ਇਨਕਰੀਜ਼ ਡਿਕਰੀਜ਼ ਹੋਗੀ, ਆਪਾਂ ਇਸ ਦੇ ਵਿੱਚ ਉਸਨੂੰ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਪਣੀ ਜਿਹੜੀ ਫਿਜ਼ੀਕਲ ਪਾਲਿਸੀ ਹੈ ਉਹ ਹੈ ਕੀ। ਕਹਿੰਦੇ ਇਨ ਮਾਡਰਨ ਟਾਈਮਸ ਦਾ ਪਾਲਿਸੀ ਆਫ ਦਾ ਗਵਰਨਮੈਂਟ ਆਫ ਅ ਕੰਟਰੀ ਇਜ਼ ਵੈਰੀ ਮਚ ਇਨਫਲੂਐਂਸ ਇਟਸ ਇਕਨੋਮਿਕ ਐਕਟੀਵਿਟੀਜ਼। ਕਹਿੰਦੇ ਆਪਣੀ ਇਕਨੋਮੀ ਦੀਆਂ ਜਿੰਨੀਆਂ ਵੀ ਇਕਨੋਮਿਕ ਐਕਟੀਵਿਟੀਜ਼ ਹੁੰਦੇ ਨੇ ਮੋਸਟਲੀ ਉਹ ਜਿਹੜੀ ਆਪਣੀ ਫਿਜ਼ੀਕਲ ਪਾਲਿਸੀ ਹੈ ਗਵਰਨਮੈਂਟ ਦੀ ਉਹਦੇ ਦੁਆਰਾ ਕੀ ਹੁੰਦੀਆਂ ਨੇ, ਇਨਫਲੂਐਂਸ ਹੁੰਦੀਆਂ ਨੇ, ਉਹਦੇ ਦੁਆਰਾ ਚੇਂਜ ਹੁੰਦੀਆਂ ਨੇ। ਕਹਿੰਦੇ ਫਿਜ਼ੀਕਲ ਪਾਲਿਸੀ ਇਜ਼ ਦਾ ਪਾਲਿਸੀ, ਕਹਿੰਦੇ ਫਿਜ਼ੀਕਲ ਪਾਲਿਸੀ ਉਹ ਪਾਲਿਸੀ ਹੈ ਜਿਹੜੀ ਰਿਲੇਟ ਕਰਦੀ ਆ ਗਵਰਨਮੈਂਟ ਐਕਸਪੈਂਡੀਚਰ ਐਂਡ ਗਵਰਨਮੈਂਟ ਰੈਵਨਿਊ ਦੇ ਨਾਲ, ਗਵਰਨਮੈਂਟ ਦੇ ਖਰਚੇ ਦੇ ਨਾਲ ਤੇ ਗਵਰਨਮੈਂਟ ਦੀ ਇਨਕਮ ਦੇ ਨਾਲ ਰਿਲੇਟ ਕਰਦੀ ਆ। ਕਹਿੰਦੇ ਤੇ ਇਹਦਾ ਗਵਰਨਮੈਂਟ ਦਾ ਮੇਨ ਜਿਹੜਾ ਆਬਜੈਕਟਿਵ ਆ ਉਹ ਕੀ ਹੁੰਦਾ, ਸੋਸ਼ਲ ਵੈਲਫੇਅਰ ਹੁੰਦਾ, ਆਪਣੀਆਂ ਜੋ ਵੀ ਸਮਾਜਿਕ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨਾ ਹੁੰਦਾ। ਜਿਹੜਾ ਟਰਮ ਫਿਜ਼ਿਕ ਹੈ ਉਹ ਸ਼ਬਦ ਕਿੱਥੋਂ ਲਿਆ ਹੈ,
ਇੰਗਲਿਸ਼ ਲੈਂਗੁਏਜ ਮੀਨਸ ਇਹਦਾ ਕੀ ਹੁੰਦਾ ਹੈ, ਟੈਰਿਟਰੀ ਹੁੰਦਾ, ਖਜ਼ਾਨਾ ਹੁੰਦਾ, ਜਿਵੇਂ ਆਪਾਂ ਕਹਿੰਦੇ ਨੇ ਗਵਰਨਮੈਂਟ ਦਾ ਖਜ਼ਾਨਾ, ਠੀਕ ਹੈ। ਹੈਂਸ ਪਾਲਿਸੀ ਰਿਲੇਟਿੰਗ ਟੂ ਟੈਰਿਟਰੀ ਆਫ ਗਵਰਨਮੈਂਟ ਐਕਸਚੈਕਰ ਇਜ਼ ਕਾਲਡ ਫਿਜ਼ੀਕਲ ਪਾਲਿਸੀ, ਜਿਹਦੇ ਵਿੱਚ ਗਵਰਨਮੈਂਟ ਟੈਰਿਟਰੀ ਦੀ ਗੱਲ ਹੁੰਦੀ ਹੈ। ਦਿਸ ਇਜ਼ ਅ ਫਿਜ਼ੀਕਲ ਪਾਲਿਸੀ। ਕਹਿੰਦੇ ਇਹਦਾ ਮੇਨ ਜੋ ਮਾਡਰਨ ਟਾਈਮ ਦੇ ਵਿੱਚ ਕਹਿੰਦੇ ਇਹਦੀ ਜਿਹੜੀ ਨੀਡ ਹੈ ਉਹ ਇਨਕਰੀਜ਼ ਹੋ ਰਹੀ ਹੈ, ਤੇ ਇਹਦਾ ਮੇਨ ਮੋਟਿਵ ਕੀ ਹੁੰਦਾ ਫਿਜ਼ੀਕਲ ਪਾਲਿਸੀ ਦਾ, ਸੋਸ਼ਲ ਵੈਲਫੇਅਰ ਹੁੰਦਾ ਹੈ। ਐਂਡ ਉਸ ਤੋਂ ਬਾਅਦ ਅਕੋਰਡਿੰਗ ਟੂ ਜੀ ਕੇ ਸ਼ਾਹ ਕੀ ਕਹਿੰਦੇ ਨੇ ਡੈਫੀਨੇਸ਼ਨ ਦੇਖੋ ਫਿਜ਼ੀਕਲ ਪਾਲਿਸੀ ਦੀ, ਵੀ ਡਿਫਾਈਨ ਫਿਜ਼ੀਕਲ ਪਾਲਿਸੀ ਐਜ਼ ਐਨੀ ਡਿਸੀਜਨ ਟੂ ਚੇਂਜ ਦਾ ਲੈਵਲ ਆਫ ਕੰਜ਼ੰਪਸ਼ਨ। ਕਹਿੰਦੇ ਇਹਦੇ ਨਾਲ ਕੀ ਹੁੰਦਾ, ਜਦੋਂ ਆਪਾਂ ਫਿਜ਼ੀਕਲ ਪਾਲਿਸੀ ਯੂਜ਼ ਕਰਦੇ ਹਾਂ, ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਡਿਕਰੀਜ਼ ਕਰਦੀ ਹੈ, ਤਾਂ ਇਹਦੇ ਨਾਲ ਆਪਣੀ ਇੱਕ ਤਾਂ ਕੰਪੋਜੀਸ਼ਨ ਆਫ ਜਿਹੜੀ ਆਪਣੀ ਹੈ ਕੰਜ਼ੰਪਸ਼ਨ ਲੈਵਲ ਉਹ ਚੇਂਜ ਹੋਏਗਾ। ਸੈਕੰਡ ਕਹਿੰਦੇ अपना एक्सपेंडिचर चेंज होएगा, अपना जो बर्डन है वो चेंज होएगा, स्ट्रक्चर एंड जो टैक्सेस वगैरह ने वो भी किने जो इंप्रूव ते डिक्रीज होंगे, इंक्रीज डिक्रीज होंगे थ्रू द गवर्नमेंट। तो कहते मोस्टली केन्स के थ्रू जी अपनी गवर्नमेंट है वो की करती है एक्सपेंडिचर करती है, तो गवर्नमेंट जो भी एक्सपेंडिचर करती है वो एग्रीगेट डिमांड अपनी अफेक्ट करेगी। तो जी ये एक्सपेंडिचर्स के मेन मोटिव्स की ने, मेन ऑब्जेक्टिव्स की ने फिजिकल पॉलिसी ते क्यों गवर्नमेंट फिजिकल पॉलिसी अपनी अप्लाई कर दिया। फर्स्ट इज फुल इंप्लॉयमेंट, कहते ये आपने पढ़िया सीगा केन्स की थ्योरी दे विच एंड क्लासिकल्स दे विच अपना जो भी है इनकम एंड आउटपुट डिटरमिनेशन, इक्विलिब्रियम इनकम एंड आउटपुट इक्विलिब्रियम अपनी जी है इंप्लॉयमेंट कितनी होंदी सी, जिथे एग्रीगेट डिमांड ते सप्लाई की होंदी सी इक्वल होंदी सी। तो फिजिकल पॉलिसी का मेन मोटिव किया इंप्लॉयमेंट को इनक्रीज करना, ठीक है, फुल इंप्लॉयमेंट लैके आना। तो इस लिए गवर्नमेंट की करती है टैक्सेस वगैरह रिड्यूस करती है, सबसिडीज दिंदी है, ठीक है, एंड फिर उस तो बाद ये एक्सपेंडिचर करती है। एंड दूसरा है प्राइस स्टेबिलिटी। प्राइस स्टेबिलिटी अगर होएगी तो डिमांड इनक्रीज होएगी, जितना आउटपुट भी इनक्रीज होएगी, ठीक है। अपन इक्विलिब्रियम आउटपुट ते इंप्लॉयमेंट देखनी है, तो आउटपुट इनक्रीज होएगी। कहते सैकेंड मेन एम किया प्राइस स्टेबिलिटी की, प्राइस के ज़्यादा चेंज ना हो, ना ही इन्फ्लेशन हो, प्राइसिस हाई हो, ना ही डिफ्लेशन हो, प्राइसिस बहुत ज़्यादा घट हो। तो प्राइसिस को स्टेबल रखना किया फिजिकल पॉलिसी का मेन एम है। एंड थर्ड इज रिडक्शन इन इकनॉमिक इन इक्वालिटी, क्योंकि अपनी इकोनॉमी के विच किया हैव्स ते हैव्स नॉट ने, एक रिच क्लास एक पुअर क्लास आ, ਜਿਹੜੇ ਰਿਚ ਨੇ ਉਹ ਕੀ ਆ ਹੋਰ ਜ਼ਿਆਦਾ ਰਿਚ ਹੋਈ ਜਾ ਰਹੇ ਨੇ, ਤੇ ਪੂਅਰ ਕਲਾਸ ਕੀ ਆ ਉਹਦੀ ਬੇਸਿਕ ਫੈਸਿਲਿਟੀਜ਼ ਵੀ ਪੂਰੀਆਂ ਨਹੀਂ ਹੋ ਰਹੀਆਂ। ਤਾਂ ਗਵਰਨਮੈਂਟ ਇਹਨਾਂ ਦੇ ਵਿੱਚ ਜੋ ਵੀ ਇਨਇਕੁਐਲਿਟੀ ਹੈ ਉਹਨੂੰ ਥੋੜਾ ਜਿਹਾ ਦੂਰ ਕਰਨ ਦੇ ਲਈ ਇਨਵੋਲਵ ਹੁੰਦੀ ਆ ਵਿਦ ਹੈਲਪ ਆਫ ਐਕਸਪੈਂਡੀਚਰਸ। ਉਹ ਪੂਅਰ ਕਲਾਸ ਨੂੰ ਫੈਸਿਲਿਟੀਜ਼ ਦਿੰਦੀਆਂ ਨੇ ਤਾਂ ਜੋ ਆਪਣੀ ਇਨਕਮ ਨੂੰ ਅਦਰ ਗੁੱਡਸ ਤੇ ਕੀ ਆ ਸਪੈਂਡ ਕਰ ਸਕਣ, ਜਿਸ ਦੇ ਥਰੂ ਆਪਣੀ ਜਿਹੜੀ ਡਿਮਾਂਡ ਹੈ ਗੁੱਡਸ ਦੀ ਉਹ ਵੀ ਇਨਕਰੀਜ਼ ਹੋਏਗੀ, ਆਊਟਪੁੱਟ ਵੀ ਇਨਕਰੀਜ਼ ਹੋਏਗੀ। एंड द फोर्थ इज इकनॉमिक डेवलपमेंट। ਆਪਾਂ GDP ਦੀ ਗੱਲ ਕਰਦੇ ਹਾਂ, ਰੀਅਲ GDP, ਨੋਮੀਨਲ GDP ਦੀ ਗੱਲ ਕਰਦੇ ਹਾਂ, ਠੀਕ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਕੇਨਸ ਦੇ ਮਾਡਲ ਦੇ ਵਿੱਚ ਆਊਟਪੁੱਟ ਦੀ ਗੱਲ ਕਰਦੇ ਹਾਂ ਕਿ ਟੋਟਲ ਐਗਰੀਗੇਟ ਆਊਟਪੁੱਟ ਕਿੱਦਾਂ ਇਨਕਰੀਜ਼ ਹੋਏਗੀ, ਐਗਰੀਗੇਟ ਸਪਲਾਈ ਕਿੰਨੀ ਹੋਏਗੀ, ਡਿਮਾਂਡ ਉਸ ਦੇ ਇਕੁਅਲ ਕਿੱਦਾਂ ਹੋਏਗੀ। ਕਹਿੰਦੇ ਇਕਨੋਮਿਕ ਡਿਵੈਲਪਮੈਂਟ ਦਾ जो है मेन ऑब्जेक्टिव है अपना फिजिकल पॉलिसी का कि अपनी जी इकोनॉमी है वो ग्रो करे, उसकी ग्रोथ हो, ठीक है। तो ये कहते जी डिफरेंट गवर्नमेंट पॉलिसीज बनाती है तो जो कैपिटल फॉर्मेशन है मीनस जी इन्वेस्टमेंट है वो इनक्रीज हो सके, क्योंकि केन्स ने मल्टीप्लायर देखा सीगा, मल्टीप्लायर के उन्हें देखा सी कि जेकर इन्वेस्टमेंट होएगी जिन्नी चेंज इन्वेस्टमेंट के होएगी इनकम के उसके नालों काफ़ी गुना ज़्यादा चेंज हो जाएगी। तो इन्वेस्टमेंट भी मोस्टली जी गवर्नमेंट है वो फिजिकल पॉलिसी पर डिपेंड करती है, ठीक है, जिदे थ्रू जो गवर्नमेंट के एक्सपेंडिचर्स ने वो कैपिटल फॉर्मेशन के ने हैल्प करते हैं। तो मेन जो 4 ऑब्जेक्टिव्स ने अपने फिजिकल पॉलिसी के, तो इंस्ट्रूमेंट ऑफ फिजिकल पॉलिसी किया। कहते गवर्नमेंट सैक्टर्स की कर सकता है जो अपने इंस्ट्रूमेंट्स ऑफ फिजिकल पॉलिसी किया, गवर्नमेंट एक तो अपना किया रिसिप्ट्स लेंदा है, इनकम इकट्ठी करता है थ्रू द टैक्सेशन पॉलिसी। गवर्नमेंट कहते कलेक्ट करेगा लार्ज फंड्स विद द हेल्प ऑफ टैक्सेशन पॉलिसी और डिफरेंट टाइप्स ऑफ डायरेक्ट एंड इनडायरेक्ट टैक्सेस लगाएगा। डायरेक्ट टैक्स हो गए जिमें कि अपना इनकम टैक्स हो गया, ठीक है, तो इनडायरेक्ट टैक्सेस हो गए, सेल्स टैक्स हो गया, GST टैक्स हो गया, ठीक है, कस्टम ड्यूटीज हो गया, एक्सपोर्ट इंपोर्ट टैक्सेस हो गए, वो सारे हो गए अपने इनडायरेक्ट टैक्सेस। तो उस तो बाद गवर्नमेंट एक्सपेंडिचर पॉलिसी, हुण गवर्नमेंट ने जो भी रेवेन्यू इकट्ठा किया है थ्रू द टैक्सेस तो उन्होंने की करती है गवर्नमेंट एक्सपेंडिचर कर दिया, ठीक है। डिफरेंट गुड्स के तो मेन मोटिव्स की होंगे ने, एक तो गुड्स एंड सर्विसेज ने ਜਿਹੜੇ ਉਹਨਾਂ ਨੂੰ ਉਹਨਾਂ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਨਾ, ठीक है, ਉਹਨਾਂ ਤੇ ਖਰਚ ਕਰਨਾ ਤਾਂ ਜੋ ਜਿਹੜੀ ਆਪਣੇ ਸੋਸਾਇਟੀ ਆ ਉਹਦੇ ਵਿੱਚ ਜੋ ਨੀਡਸ ਨੇ ਪੀਪਲਸ ਦੀਆਂ ਕਾਮਨ ਨੀਡਸ ਉਹ ਪੂਰੀਆਂ ਹੋ ਸਕਣ। ਸੈਕੰਡਲੀ ਕਹਿੰਦੇ ਪਬਲਿਕ ਐਕਸਪੈਂਡੀਚਰ ਕੀਤਾ ਜਾਂਦਾ ਹੈ ट्रांसफर ते, गवर्नमेंट ट्रांसफर ते,
मतलब जो भी अपना रिच क्लास ਤੋਂ ਟੈਕਸਿਸ ਦੇ ਥਰੂ ਇਕੱਠਾ ਕਰਨਾ ਤੇ ਪੂਅਰ ਕਲਾਸ ਦੇ ਵਿੱਚ ਡਿਸਟ੍ਰੀਬਿਊਟ ਕਰਨਾ। ਤਾਂ ਇਹ ਗਵਰਨਮੈਂਟ ਟ੍ਰਾਂਸਫਰ ਕੀ ਹੋ ਗਿਆ, ਦਿਸ ਇਜ਼ ਅ ਟੀ ਆਰ ਟੈਕਸ ਜਿਹੜੀ ਟ੍ਰਾਂਸਫਰ ਹੋ ਗਈ। ਤਾਂ ਇਹਦੇ ਵਿੱਚ ਮੋਸਟਲੀ ਕੀ ਆਉਂਦਾ, ਪੈਨਸ਼ਨਸ ਆਉਂਦੀਆਂ ਨੇ, ਸਕਾਲਰਸ਼ਿਪਸ ਆਉਂਦੀਆਂ, ਐਜੂਕੇਸ਼ਨ ਆਉਂਦੀ ਹੈ, ਮੈਡੀਕਲ ਫੈਸਿਲਿਟੀਜ਼ ਆਉਂਦੀਆਂ ਨੇ, ਜਿਨ੍ਹਾਂ ਦੇ ਥਰੂ ਜਿਹੜੇ ਪੂਅਰ ਕਲਾਸ ਆ ਉਹਨੂੰ ਕੀ ਦਿੱਤੀ ਜਾਂਦੀ ਆ, ਆਪਣਾ ਥੋੜੀ ਜਿਹੀ ਇਨਕਮ ਜਨਰੇਟ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚ, ਤਾਂ ਉਹ ਇਨਕਮ ਦੇ ਥਰੂ ਐਗਰੀਗੇਟ ਡਿਮਾਂਡ ਆਪਣੀ ਜਿਹੜੀ ਇੰਕਰੀਜ਼ ਕਰ ਸਕਦੇ ਨੇ। ਐਂਡ ਥਰਡ ਇਜ਼ ਪਬਲਿਕ ਡੈਪਟ ਪਾਲਿਸੀ। ਕਹਿੰਦੇ ਇਹਦੇ ਵਿੱਚ ਕੀ ਆ, ਜਦੋਂ ਆਪਣੀ ਗਵਰਨਮੈਂਟ ਦੇ ਐਕਸਪੈਂਡੀਚਰਸ ਨੇ ਜਿਹੜੇ ਉਹ ਗਵਰਨਮੈਂਟ ਦੀ ਇਨਕਮ ਦੇ ਨਾਲੋਂ ਵੱਧ ਜਾਂਦੇ ਨੇ, ਤਾਂ ਗਵਰਨਮੈਂਟ ਡਿਫਰੈਂਟ ਜਿਹੜੇ ਵੇ ਨੇ ਉਹਨਾਂ ਦੇ ਥਰੂ ਕੀ ਕਰਦੀ ਆ, ਡੈਪਟ ਲੈਂਦੀ ਹੈ, ਚਾਹੇ ਉਹ ਇੰਟਰਨਲ ਡੈਪਟ ਲਵੇ ਚਾਹੇ ਉਹ ਐਕਸਟਰਨਲ ਡੈਪਟ ਲਵੇ। ਐਂਡ ਦਾ ਫੋਰਥ ਇਜ਼ ਡੈਫਿਸਿਟ ਫਾਈਨਾਂਸ। ਡੈਫਿਸਿਟ ਫਾਈਨਾਂਸ ਕੀ ਹੁੰਦਾ, ਜਿਹਨੂੰ ਆਪਾਂ ਗਵਰਨਮੈਂਟ ਬਜਟ ਦੇ ਵਿੱਚ ਡੈਫਿਸਿਟ ਵੀ ਬੋਲਦੇ ਆ, ਜਦੋਂ ਕਹਿੰਦੇ ਗਵਰਨਮੈਂਟ ਦੇ ਜਿਹੜੇ ਐਕਸਪੈਂਡੀਚਰਸ ਨੇ ਗਵਰਨਮੈਂਟ ਦੀ ਇਨਕਮ ਦੇ ਨਾਲੋਂ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਤਾਂ ਦਿਸ ਇਜ਼ ਕਾਲਡ ਗਵਰਨਮੈਂਟ ਡੈਫਿਸਿਟਸ। ਕਹਿੰਦੇ ਇਸ ਨੂੰ ਪੂਰਾ ਕਰਨ ਦੇ ਲਈ ਗਵਰਨਮੈਂਟ ਫਿਰ ਕੀ ਕਰਦੀ ਹੈ, ਇੰਟਰਨਲ ਤੇ ਐਕਸਟਰਨਲ ਲੋਨ ਲੈਂਦੀ ਹੈ। ਤੇ ਇਸ ਤੋਂ ਬਾਅਦ ਜਿਹੜੀ ਕੇਨਸ ਦਾ ਮਾਡਲ ਹੈ 3 ਸੈਕਟਰ ਇਕਨੋਮੀ, ਉਹਦੇ ਵਿੱਚ ਆਪਾਂ ਨੇ ਜਿਵੇਂ ਕਿ ਤੁਸੀਂ ਇਕੁਏਸ਼ਨਸ ਦੇ ਵਿੱਚ ਦੇਖ ਰਹੇ ਹੋ ਕਿ ਗਵਰਨਮੈਂਟ ਸੈਕਟਰ ਇਨਵੋਲਵ ਹੈ, ਤਾਂ ਜਿਹੜੀ ਐਗਰੀਗੇਟ ਡਿਮਾਂਡ ਹੈ ਕੇਨਸ ਦੇ ਥਰੂ, ਕੇਨਸ ਨੇ ਕੀ ਬੋਲਿਆ ਸੀ, ਕੇਨਸ ਦੀ ਫਰਸਟ ਅਸੰਪਸ਼ਨ ਕੀ ਸੀਗੀ ਕਿ ਜਿੱਥੇ ਏਟੀ ਇਜ਼ ਇਕੁਅਲ ਟੂ ਏਐਸ ਹੋਏਗਾ, मतलब अपनी ए एस इज अ एग्रीगेट सप्लाई ਜਿਹਨੂੰ ਆਪਾਂ ਆਊਟਪੁੱਟ ਕਹਿ ਸਕਦੇ ਹਾਂ, ਦਿਸ ਇਜ਼ ਅ ਇਨਕਮ, ਕਿਉਂਕਿ ਆਊਟਪੁੱਟ ਨੂੰ ਸੇਲ ਕਰਕੇ ਆਪਾਂ ਨੂੰ ਕੀ ਮਿਲਦੀ ਹੈ, ਇਨਕਮ ਮਿਲਦੀ ਹੈ। ਕਹਿੰਦੇ ਜਦੋਂ AD ਇਜ਼ ਇਕੁਅਲ ਟੂ AS ਹੋਏਗਾ ਤਾਂ ਇਕੁਇਲਿਬ੍ਰੀਅਮ ਕੀ ਹੋਏਗੀ, ਆਊਟਪੁੱਟ ਹੋਏਗੀ। ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ, ਫਰਸਟ ਇਕੁਏਸ਼ਨ ਦੇ ਵਿੱਚ AD ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ C ਪਲੱਸ I ਦੀ ਬੋਰਡ ਪਲੱਸ G। ਠੀਕ ਹੈ, ਇੱਥੇ ਕੀ ਹੈ, ਕੰਜ਼ੰਪਸ਼ਨ ਹੈ, ਜਿਹੜੀ ਕੰਜ਼ੰਪਸ਼ਨ ਐਕਸਪੈਂਡੀਚਰ ਹੋ ਰਿਹਾ ਹੈ, ਕੰਜ਼ੰਪਸ਼ਨ ਦੀ ਡਿਮਾਂਡ ਹੋ ਰਹੀ ਹੈ, ਇਨਵੈਸਟਮੈਂਟ ਦੇ इंस्ट्रूमेंट की डिमांड हो रही है, एंड गवर्नमेंट एक्सपेंडिचर हो रहा है, गवर्नमेंट स्पेंडिंग हो रही है। तो जी आई है दिस इज अ इंटॉर्मस इन्वेस्टमेंट जो कि फिक्स है। एंड तद आप कह सकते हैं कि नैक्सट इज अ वाई डी इज अ डिस्पोजल इनकम। डिस्पोजल इनकम तो पता ही है कि जो आप अपनी पर्सनल जो भी अपन इनकम मिलती है मंथली, आप जो गवर्नमेंट के टैक्सिस वगैरह रिड्यूस कर देने ਤਾਂ ਆਪਣੇ ਜਾਂ ਡੈਪਰੀਸੀਏਸ਼ਨ ਮਾਈਨਸ ਕਰਦੇ ਰਹੇ ਤਾਂ ਆਪਣੇ ਕੋਲ ਜੋ ਵੀ ਇਨਕਮ ਬਚਦੀ ਹੈ ਦੈਟ ਇਜ਼ ਅ ਡਿਸਪੋਜ਼ਲ ਇਨਕਮ। डिस्पोजल इनकम ਨੂੰ ਜਾਂ ਤਾਂ ਮੈਂ ਇਨਵੈਸਟ ਕਰ ਸਕਦਾ ਜਾਂ ਸੇਵ ਕਰ ਸਕਦਾ ਜਾਂ ਉਸ ਤੋਂ ਕੀ ਕਰ ਸਕਦਾ, ਕੰਜ਼ਿਊਮ ਕਰ ਸਕਦਾ। then YD is a disposal income is equal to Y means जो भी मेरी टोटल इनकम है माइनस TA जो टैक्सेस वगैरह है गवर्नमेंट के अपने, एंड YD is equal to Y माइनस TA। ठीक है, प्लस TR गवर्नमेंट ट्रांसफर है, जो ट्रांसफर जो मैं तुम्हें बोल रहा कि गवर्नमेंट रिच तो टैक्सेस ਦੇ ਵਿੱਚ ਰੂਪ ਦੇ ਵਿੱਚ ਲੈ ਕੇ ਪੂਅਰਸ ਦੇ ਵਿੱਚ ਡਿਵਾਈਡ ਕਰਦੇ, ਜਿਵੇਂ ਕਿ ਸਬਸਿਡੀਜ਼ ਹੋ ਗਏ, ਪੈਨਸ਼ਨਸ ਹੋ ਗਏ, ਗਿਫਟ ਹੋ ਗਏ ਪੂਅਰ ਕਲਾਸ ਨੂੰ, ਬਾਈ ਸਬਸਟੀਟਿਊਟਿੰਗ YD ਇਨ ਪਲੇਸ ਆਫ Y। ਕਹਿੰਦੇ ਜਦੋਂ ਆਪਾਂ YD ਜੋ ਆਪਣੀ ਡਿਸਪੋਜ਼ਲ ਇਨਕਮ ਹੈ ਉਹਦੀ ਜਗ੍ਹਾ ਤੇ Y ਦੀ ਜੋ ਵੀ ਇਕੁਏਸ਼ਨ ਹੈ ਉਸਨੂੰ ਸ਼ਿਫਟ ਕਰ ਦਿੰਦੇ ਆ, तब वी गेट ਤਾਂ ਆਪਾਂ ਕੀ ਪ੍ਰਾਪਤ ਕਰਾਂਗੇ, ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ C ਦੀ ਵਾਰ ਕੰਜ਼ੰਪਸ਼ਨ ਹੈ ਜਿਹੜੀ ਫਿਕਸ ਹੈ ਇਜ਼ ਇਕੁਅਲ ਟੂ CYD ਜਿਹੜੀ ਆਪਣੀ ਕੰਜ਼ੰਪਸ਼ਨ ਹੈ, ਜਿਹੜੀ ਫਰਸਟ ਵਾਲੀ ਕੰਜ਼ੰਪਸ਼ਨ ਹੈ ਦਿਸ ਇਜ਼ ਐਂਟੋਨਮਸ ਕੰਜ਼ੰਪਸ਼ਨ ਜੋ ਆਪਾਂ ਨੇ ਕਰਨੀ ਹੈ, ਪਲੱਸ CYD ਜਦੋਂ ਕਹਿੰਦੇ ਇਨਕਮ ਡਿਸਪੋਜ਼ਲ ਇਨਕਮ ਚੇਂਜ ਹੋਣ ਦੇ ਨਾਲ ਜਦੋਂ ਆਪਣੀ ਕੰਜ਼ੰਪਸ਼ਨ ਚੇਂਜ ਹੁੰਦੀ ਹੈ ਜੋ ਇਨਕਮ ਤੇ ਡਿਪੈਂਡ ਕਰਦੀ ਹੈ, ਪਲੱਸ I ਐਂਟੋਨਮਸ ਇਨਵੈਸਟਮੈਂਟ ਜੋ ਆਪਾਂ ਨੇ ਕਰਨੀ ਹੈ, ਪਲੱਸ ਗਵਰਨਮੈਂਟ ਐਕਸਪੈਂਡੀਚਰ ਗਵਰਨਮੈਂਟ ਸਪੈਂਡਿੰਗ ਜਿਹਦੇ ਥਰੂ ਵੀ ਐਗਰੀਗੇਟ ਡਿਮਾਂਡ ਕੀ ਆ ਇਨਕਰੀਜ਼ ਹੁੰਦੀ ਆ। by substituting the value of YD from 6.2 ਜਦੋਂ 6.2 ਦੇ ਵਿੱਚ ਸਬਸਟੀਟਿਊਟ ਕਰਾਂਗੇ ਤਾਂ we have AD aggregate demand is equal to consumption ਦੀ ਵਾਰ plus C Y minus T YD ਦੀ ਜਗ੍ਹਾ ਤੇ ਆਪਾਂ ਨੇ ਕੀ ਪੁੱਟ ਕਰ ਦਿੱਤਾ, ਫਸਟ ਵਾਲੀ ਇਕੁਏਸ਼ਨ 6.2 ਪੁੱਟ ਕਰ ਦਿੱਤੀ, Y minus TA ਜਿਹੜਾ ਟੈਕਸ ਹੋ ਗਿਆ ਪਲੱਸ ਟੈਕਸ ਮਾਈਨਸ ਕਰਾਂਗੇ ਇਨਕਮ ਦੇ ਵਿੱਚੋਂ ਪਲੱਸ ਕਿਉਂਕਿ ਟੈਕਸ ਮਾਈਨਸ ਕਰਾਂਗੇ ਡਿਸਪੋਜ਼ਲ ਇਨਕਮ ਆ ਜਾਏਗੀ, ਪਲੱਸ ਟ੍ਰਾਂਸਫਰ ਜਿਹੜੀ ਹੈ ਗਵਰਨਮੈਂਟ ਟ੍ਰਾਂਸਫਰ ਜੋ ਆਪਣਾ ਸਬਸਿਡੀਜ਼ ਪੈਨਸ਼ਨਸ ਨੇ ਉਹ ਵੀ ਆਪਾਂ ਇਨਕਮ ਦੇ ਵਿੱਚ ਐਡ ਕਰਾਂਗੇ, ਪਲੱਸ ਗਵਰਨਮੈਂਟ ਟੈਕਸਸ ਗਵਰਨਮੈਂਟ ਸਪੈਂਡਿੰਗ। ਉਸ ਤੋਂ ਬਾਅਦ G is equal to G ਦੀ ਵਾਰ ਦਿਸ ਇਜ਼ ਅ ਗਵਰਨਮੈਂਟ ਐਕਸਪੈਂਡੀਚਰ, ਇੱਕ ਸਾਈਡ ਇਹਨਾਂ ਨੇ ਲਿਖਿਆ ਕਿ ਇੰਕਰੀਜ਼ ਡਿਕਰੀਜ਼ ਹੋ ਰਿਹਾ, ਦੂਸਰੀ ਸਾਈਡ ਗਵਰਨਮੈਂਟ ਐਕਸਪੈਂਡੀਚਰ ਫਿਕਸ ਹੈ, ਸਪੈਂਡਿੰਗ ਫਿਕਸ ਹੈ, ਐਂਡ TR ਜਿਹੜੀ ਆਪਣੀ ट्रांसफर अर्निंग है ये भी क्या फिक्स है, एंड TA टैक्सेस ने ਜਿਹੜੇ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ, ਇਨਕਮ ਤੇ ਡਿਪੈਂਡ ਕਰਦੇ ਨੇ, ਟੈਕਸ ਦਿਸ ਇਜ਼ ਅ TY। ठीक है, नाउ द कंजम्पशन फंक्शन कैन बी रिटन एज कितना लिख सकते हैं, पर कंजम्पशन फंक्शन की जो साडी कंजम्पशन है वो किस चीज पे डिपेंड करती है, C इज इक्वल टू C दी वॉट प्लस C Y प्लस TR दी वॉट प्लस माइनस TY इज इक्वल टू C दी वॉट प्लस C TR दी वॉट प्लस C 1 minus T T is a tax bracket Y, this is a equation,
एंड द नेक्स्ट नाउ गोइंग बैक टू द AD इन इक्वेशन वी फाइंड दैट जो पहला वाली इक्वेशन सी इन्होंने वो लिखी है ਤੇ ਉਸ ਤੋਂ ਕਹਿੰਦੇ ਕੈਲਕੂਲੇਸ਼ਨ ਕਰਕੇ ਆਪਣੀ ਕੀ ਇਕੁਏਸ਼ਨ ਨਿਕਲਦੀ ਹੈ ਐਗਰੀਗੇਟ ਡਿਮਾਂਡ ਕਿਸ ਚੀਜ਼ ਦੇ ਇਕੁਅਲ ਹੈ AD ਵਾਟ ਐਂਟੋਨਮਸ ਇਨਵੈਸਟਮੈਂਟ ਪਲਸ C 1 minus T means जो भी है अपने को in I taxes जो अपन minus करेंगे and Y is the income thus by substituting value from equation 6.2 we obtain अपन को की मिल रहा है Y is equal to AD or divide by I minus C plus C T गवर्नमेंट सेक्टर एंड एग्रीगेट डिमांड कहते अपना जो एग्रीगेट डिमांड है गवर्नमेंट सैक्टर के थ्रू वो कितना अफेक्ट करेगी ਤਾਂ ਦੇਖੋ ਗਵਰਨਮੈਂਟ ਸੈਕਟਰ ਦੇ ਵਿੱਚ ਕੀ ਆ ਗਵਰਨਮੈਂਟ ਸਪੈਂਡਿੰਗ ਕਰਦੀ ਆ ਗਵਰਨਮੈਂਟ ਐਕਸਪੈਂਡੀਚਰ ਆਉਂਦੇ ਨੇ ਜਦੋਂ ਵੀ ਗਵਰਨਮੈਂਟ ਸਪੈਂਡਿੰਗ ਕਰਦੀ ਆ ਐਕਸਪੈਂਡੀਚਰ ਕਰਦੀ ਆ ਤਾਂ ਜਿਹੜੀਆਂ ਪੀਪਲਸ ਦੀਆਂ ਸੋਸ਼ਲ ਨੀਡਸ ਨੇ ਉਹ ਕਿਨੇ ਕੰਪਲੀਟ ਹੁੰਦੀਆਂ ਨੇ ਤੇ ਉਹ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਕੀ ਹੋ ਜਾਂਦੀ ਹੈ ਇਨਕਰੀਜ਼ ਹੋ ਜਾਂਦੀ ਹੈ ਤਾਂ ਉਹੀ ਜੋ ਪੈਸਾ ਉਹਨਾਂ ਕੋਲ ਹੁੰਦਾ ਜਦੋਂ ਉਹਨਾਂ ਦੇ ਬੇਸਿਕ ਨੀਡਸ ਪੂਰੀਆਂ ਹੋ ਜਾਂਦੀਆਂ ਨੇ ਫੂਡ ਸ਼ੈਲਟਰਿੰਗ ਐਂਡ ਕਲੋਥਿੰਗ ਤਾਂ ਉਹ ਪੈਸੇ ਨੂੰ ਉਹ ਹੋਰ ਗੁੱਡਸ ਤੇ ਖਰਚ ਕਰਦੇ ਨੇ ਹੋਰ ਗੁੱਡਸ ਦੀ ਕੰਜ਼ੰਪਸ਼ਨ ਕਰਦੇ ਨੇ ਤਾਂ ਜਿਨ੍ਹਾਂ ਜਿਸ ਦੇ ਥਰੂ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਕੀ ਹੁੰਦੀ ਹੈ ਇਨਕਰੀਜ਼ ਹੁੰਦੀ ਆ ਜਿਵੇਂ ਕਿ ਤੁਸੀਂ ਇਸ ਟੈਕਸ ਦੇ ਵਿੱਚ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਅਗਰ ਗਵਰਨਮੈਂਟ ਨੇ ट्रांसफर किया अपना गवर्नमेंट ट्रांसफर की पेंशन सबसिडीज दी है तां भी की है जो कंजम्पशन अपनी जी एग्रीगेट डिमांड हो की होगी इनक्रीज होगी अगर गवर्नमेंट ने अपने एक्सपेंडिचर बढ़ाए तब भी कहते एग्रीगेट डिमांड की होगी इनक्रीज होगी तो तुम इस डायग्राम के देख सकते हो OY एक्स से इनकम एंड आउटपुट दिखाई हुई है एंड जी अपनी AD1 डिमांड कर्व है दिस इज अ इनिशियल डिमांड कर्व जो गवर्नमेंट ने किसी भी तरह का कोई भी टैक्स नहीं लगाया हुआ है उदो अपनी डिमांड कितनी है AD1 है जो कहते गवर्नमेंट ने टैक्सिस वगैरह लगा के जो गवर्नमेंट स्पेंडिंग स्टार्ट कर दी तो स्पेंडिंग गवर्नमेंट ने की है A तो A2 स्पेंडिंग की तो जिद जी अपनी न्यू डिमांड कर्व बन जाएगी एग्रीगेट डिमांड कर्व AD2 जो कि होएगी मोर फ्लैटर होएगी दैन द AD1 जो पहला वाली एग्रीगेट डिमांड कर्व है जो गवर्नमेंट स्पेंडिंग नहीं सी उस तो बाद जो अपनी गवर्नमेंट स्पेंडिंग स्टार्ट की गवर्नमेंट ने तो उस तो बाद AD2 कर्व बन जाएगी ठीक है A2 स्पेंडिंग गवर्नमेंट दी है तब ये मोर फ्लैटर होएगी इनिशियल एग्रीगेट डिमांड कर्व तो जो कि तुसी इस डायग्राम दे विच देख सकते हो तब AD2 कर्व है जी एग्रीगेट डिमांड कर्व 2 है ये आफ्टर गवर्नमेंट स्पेंडिंग है एंड जी AD1 डिमांड कर्व है ये गवर्नमेंट स्पेंडिंग तो पहला वाली डिमांड कर्व है नैक्सट इज गवर्नमेंट सैक्टर एंड इक्विलिब्रियम अगर कहते थर्ड सैक्टर है जो गवर्नमेंट सैक्टर अपना इन्वॉल्व होवे तो इक्विलिब्रियम किद्दां चेंज होएगा इक्विलिब्रियम की पोजीशन किवें आएगी हुण जिवें कि तुसीं देख सकते हो कि अपनी जिहड़ी फिजिकल पॉलिसी है गवर्नमेंट एक्सपेंडिचर है उहदा एग्रीगेट डिमांड ते की अफेक्ट करता है तो फर्स्टली कहते देखो फिजिकल पॉलिसी का मेन एम की होंगे स्टैबलाइजेशन लैके आना ठीक है कहते कि अगर तक कहते अपना जो गवर्नमेंट का मेन मोटिव की है एग्रीगेट डिमांड के इनक्रीज करना है डिफ्लेशन के टाइम जो डिफ्लेशन है प्राइसिस बहुत ज़्यादा लो ने तो फिर गवर्नमेंट की करेगी इनक्रीज इन गवर्नमेंट एक्सपेंडिचर गवर्नमेंट अपने एक्सपेंडिचर को इनक्रीज कर देगी जिदे नाल की है जी डिमांड है वो की होएगी इनक्रीज होएगी एग्रीगेट डिमांड कर्व अपवर्ड शिफ्ट हो जाएगी एंड उस तो बाद डिक्रीज इन टैक्सिस तो गवर्नमेंट उस टाइम की करेगी टैक्सिस को डिक्रीज कर देगी अगर गवर्नमेंट टैक्सिस को डिक्रीज करेगी तो जो पीपल्स के कोल डिस्पोजल इनकम बच रही है टैक्स वगैरह पे करने तो बाद तो ज़्यादा होएगी अगर इनकम ज़्यादा होएगी तो कंजम्पशन ज़्यादा होएगी डिमांड ज़्यादा होएगी फिर सप्लाई आउटपुट भी की होएगी ज़्यादा होएगी एंड इनक्रीज इन सोशल वेलफेयर एक्सपेंडिचर अगर गवर्नमेंट सोशल वेलफेयर जो एक्सपेंडिचर है इनक्रीज कर दी लाइक सोशल सिक्योरिटी मैडिकल फैसिलिटीज हेल्थ फैसिलिटीज एजुकेशन रोड कैनल्स तब भी कहते जी अपनी स्पेंडिंग है इस पर होएगी सोशल वेलफेयर से तो इस रिलेटेड जो भी कहते अपनी इंप्लॉयमेंट है इनक्रीज होएगी तो जिदे नाल की अपना जो है डिमांड इनक्रीज होएगी आउटपुट डिक्रीज होएगी एंड पंप प्रीमिंग का मतलब है कि कहते ड्यूरिंग डिप्रैशन जो कहते प्राइवेट इन्वेस्टमेंट घट जाती होंगी
ਜਾਂਦੀ ਹੈ। ਪ੍ਰਾਈਵੇਟ ਸੈਕਟਰ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਪਾਉਂਦਾ, ਤਾਂ ਇਕੋਨਮੀ ਦੇ ਵਿੱਚ ਗਵਰਨਮੈਂਟ ਨੂੰ ਇਨਵੋਲਵ ਹੋਣਾ ਜ਼ਰੂਰੀ ਹੈ। ਤਾਂ ਗਵਰਨਮੈਂਟ ਕੀ ਕਰਦੀ ਹੁੰਦੀ ਆ, ਪੰਪ ਪ੍ਰੀਮਿੰਗ ਕਰਦੀ ਹੁੰਦੀ ਆ। ਥੋੜੀ ਜਿਹੀ ਜਿਹੜੀ ਇਨਵੈਸਟਮੈਂਟ ਆ ਉਹ ਗਵਰਨਮੈਂਟ ਦੇ ਥਰੂ ਕੀਤੀ ਜਾਂਦੀ ਹੈ, ਜਿਹਦੇ ਨਾਲ ਹੌਲੀ ਹੌਲੀ ਆਪਣੇ ਆਪ ਆਪਾਂ ਆਪਣੀ ਜਿਹੜੀ ਮਲਟੀਪਲਾਇਰ ਦਾ ਇਫੈਕਟ ਆ ਉਹ ਦਿਖਦਾ ਜਾਂਦਾ ਹੈ, ਆਊਟਪੁੱਟ ਹੈ ਜਿਹੜੀ ਉਹ ਇਨਕਰੀਜ਼ ਹੁੰਦੀ ਜਾਂਦੀ ਆ। ਐਂਡ ਪ੍ਰਾਈਸ ਸਪੋਰਟ ਪਾਲਿਸੀ ਕਹਿੰਦੇ, ਜਿਵੇਂ ਕਿ ਆਪਣੀ ਪ੍ਰੋਡਕਸ਼ਨ ਹੈ, ਕਈ ਵਾਰ ਆਪਣੀ ਇਕੋਨਮੀ ਦੇ ਵਿੱਚ ਪ੍ਰੋਡਕਸ਼ਨ ਕਹਿੰਦੇ ਆਪਾਂ ਘਟਾ ਦਿੰਦੇ ਹਾਂ, ਕਿਉਂਕਿ ਆਪਾਂ ਨੂੰ ਆਪਣੀਆਂ ਜੋ ਜਿਵੇਂ ਕਿ ਐਗਰੀਕਲਚਰ ਸੈਕਟਰ ਹੈ ਉਸ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਪ੍ਰੋਪਰ ਪ੍ਰਾਈਸ ਨਹੀਂ ਮਿਲਦਾ ਹੈ, ਤਦ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਕਰਦੇ ਹਾਂ MSP, ਜਿਹਦੇ ਥਰੂ ਕਹਿੰਦੇ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਕੀ ਹੁੰਦੀ ਹੈ, ਇਨਕਰੀਜ਼ ਹੁੰਦੀ ਹੈ ਕਈ ਸੈਕਟਰਸ ਦੇ ਵਿੱਚ, ਜਦੋਂ ਆਪਾਂ ਪ੍ਰਾਈਸ ਉਹਨਾਂ ਦੇ ਪ੍ਰੋਡਕਟਸ ਦਾ ਪੂਰਾ ਸਟੇਬਲ ਕਰ ਦਿੰਦੇ ਹਾਂ ਕਿ ਇੰਨਾ ਹੀ ਪ੍ਰਾਈਸ ਹੋਏਗਾ। ਐਂਡ ਡੈਫਿਸਿਟ ਫਾਈਨਾਂਸ ਕਹਿੰਦੇ, ਜਦੋਂ ਗਵਰਨਮੈਂਟ ਨੂੰ ਘਾਟਾ ਹੁੰਦਾ ਹੈ, ਹੈਲਪ ਕਰਦਾ ਹੈ ਇਨਕਰੀਜ਼ ਕਰਨ ਦੇ ਵਿੱਚ, ਗਵਰਨਮੈਂਟ ਹੈਲਪ ਕਰਦੀ ਹੈ ਇਨਕਰੀਜ਼ ਕਰਨ ਦੇ ਵਿੱਚ ਐਗਰੀਗੇਟ ਡਿਮਾਂਡ, ਕਿਉਂਕਿ ਗਵਰਨਮੈਂਟ ਡੈਫਿਸਿਟ ਦੇ ਵਿੱਚ ਗਵਰਨਮੈਂਟ ਦੇ ਐਕਸਪੈਂਡੀਚਰ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਜਿਹਦੇ ਨਾਲ ਕੀ ਆਪਣੀ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਹੀ ਹੋਏਗੀ। ਐਂਡ ਉਸ ਤੋਂ ਬਾਅਦ ਹੈ ਐਕਸਚੇਂਜ ਸਟੇਬਿਲਿਟੀ, ਤੇ ਇਸ ਟੇਬਲ ਦੇ ਵਿੱਚ ਵੀ ਤੁਸੀਂ ਡਾਇਗਰਾਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਸੈਕਟਰ ਐਂਡ ਇਕੁਇਲਿਬਰੀਅਮ, ਜੋ ਵੀ ਮੈਂ ਤੁਹਾਨੂੰ ਇੱਥੇ ਹੁਣ ਪੁਆਇੰਟਸ ਦੱਸੇ ਨੇ ਉਹਨਾਂ ਦਾ ਜੋ ਹੈ ਆਪਣਾ GDP ਆਊਟਪੁੱਟ ਉਸ ਤੇ ਪੋਜ਼ਿਟਿਵ ਇਫੈਕਟ ਪੈਂਦਾ ਹੈ, ਕਿਉਂਕਿ ਉਸ ਦੇ ਨਾਲ ਡਿਮਾਂਡ ਇਨਕਰੀਜ਼ ਹੀ ਹੁੰਦੀ ਹੈ। ਠੀਕ ਹੈ, ਤਾਂ ਗਵਰਨਮੈਂਟ ਸੈਕਟਰ ਦੇ ਥਰੂ ਡਿਮਾਂਡ ਇਨਕਰੀਜ਼ ਕਦੋਂ ਹੋਏਗੀ, ਐਗਰੀਗੇਟ ਡਿਮਾਂਡ, ਜਦੋਂ ਗਵਰਨਮੈਂਟ ਐਕਸਪੈਂਡੀਚਰ ਵਧਾ ਦਿੰਦੀ ਆ, ਗਵਰਨਮੈਂਟ ਆਪਣਾ ਜੋ ਹੈ ਸੋਸ਼ਲ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਆ। ਠੀਕ ਹੈ, ਤੇ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਪੰਪ ਪ੍ਰੀਮਿੰਗ ਕੀਤੀ ਜਾਂਦੀ ਹੈ, ਜਦੋਂ ਗਵਰਨਮੈਂਟ ਆਪਣੇ ਟੈਕਸ ਘਟਾ ਦਿੰਦੀ ਹੈ ਤਾਂ ਡਿਸਪੋਜ਼ਲ ਇਨਕਮ ਵੱਧਦੀ ਹੈ, ਜਿਹਦੇ ਨਾਲ ਐਗਰੀਗੇਟ ਡਿਮਾਂਡ ਵੱਧਦੀ ਹੈ ਤੇ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਕੀਤਾ ਜਾਂਦਾ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਐਗਰੀਗੇਟ ਡਿਮਾਂਡ ਵੱਧ ਰਹੀ ਹੈ, ਤਾਂ ਗਵਰਨਮੈਂਟ ਸੈਕਟਰ ਤੇ ਇੱਥੇ ਪੋਜ਼ਿਟਿਵ ਇਫੈਕਟ ਹੈ, ਜਿਹਦੇ ਨਾਲ ਆਪਣੀ ਜਿਹੜੀ ਇਨਕਮ ਆ ਉਹ ਕੀ ਹੋਏਗੀ, ਆਊਟਪੁੱਟ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਗਵਰਨਮੈਂਟ ਸੈਕਟਰ ਐਂਡ ਇਕੁਇਲਿਬਰੀਅਮ ਦੀ ਗੱਲ ਕੀਤੀ ਗਈ ਆ ਕਿ ਗਵਰਨਮੈਂਟ ਸੈਕਟਰ ਦੇ ਥਰੂ ਜੋ ਚੇਂਜਸ ਆ ਰਹੇ ਨੇ ਉਹਦੇ ਨਾਲ ਇਕੁਇਲਿਬਰੀਅਮ ਦੀ ਪੋਜੀਸ਼ਨ ਕਿੱਥੇ ਹੋਏਗੀ, OY ਫਸਟਲੀ ਕਹਿੰਦੇ ਕੇਨਸ ਦੀ ਅਜ਼ੰਪਸ਼ਨ ਕੀ ਹੈ, ਜਿੱਥੇ ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ ਐਗਰੀਗੇਟ ਸਪਲਾਈ ਹੋਵੇ, ਐਗਰੀਗੇਟ ਐਕਸਪੈਂਡੀਚਰ ਇਜ਼ ਇਕੁਅਲ ਟੂ ਐਗਰੀਗੇਟ ਆਊਟਪੁੱਟ ਹੋਵੇ। ਤਾਂ ਜਿਹੜੀ ਐਗਰੀਗੇਟ ਆਊਟਪੁੱਟ ਵਾਲੀ ਕਰਵ ਹੈ ਉਹ AD ਇਜ਼ ਇਕੁਅਲ ਟੂ Y ਕਰਵ ਹੈ, ਕਿਉਂਕਿ ਜਿੰਨੀ ਐਗਰੀਗੇਟ ਡਿਮਾਂਡ ਹੋਏਗੀ ਉਨੀ ਹੀ ਆਪਣੀ ਜਿਹੜੀ ਹੈ ਇਨਕਮ ਹੋਏਗੀ। ਅਗਰ ਐਗਰੀਗੇਟ ਡਿਮਾਂਡ ਮੀਨਸ ਐਕਸਪੈਂਡੀਚਰ ਇਨਕਰੀਜ਼ ਹੋਇਆ ਤਾਂ ਇਨਕਮ ਵੀ ਆਊਟਪੁੱਟ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਜਿਹੜੀ ਆਪਣੀ ਇਨਕਮ ਕਰਵ ਹੈ, ਐਗਰੀਗੇਟ ਸਪਲਾਈ ਕਰਵ ਹੈ, ਉਹ ਰੀਜ਼ਨ ਤੋਂ ਸਟਾਰਟ ਹੋ ਰਹੀ ਹੈ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਐਂਡ ਜਿਹੜੀ ਆਪਣੀ 81 ਕਰਵ ਹੈ, ਦਿਸ ਇਜ਼ ਦਾ ਇਨੀਸ਼ੀਅਲ ਐਗਰੀਗੇਟ ਡਿਮਾਂਡ ਕਰਵ, ਜਦੋਂ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ਇਨਵੋਲਵਮੈਂਟ ਨਹੀਂ ਸੀਗੀ, ਤਾਂ ਐਗਰੀਗੇਟ ਡਿਮਾਂਡ ਕਿੰਨੀ ਸੀਗੀ, 81 ਸੀਗੀ, ਜੋ ਕਿ AD ਇਜ਼ ਇਕੁਅਲ ਟੂ Y, ਇਨਕਮ ਕਰਵ ਨੂੰ, ਸਪਲਾਈ ਕਰਵ ਨੂੰ, Y ਕਰਵ ਨੂੰ ਕਿੱਥੋਂ ਕੱਟ ਕਰੀ ਹੈ, E1 ਪੁਆਇੰਟ ਤੇ ਕੱਟ ਕਰ ਰਹੀ ਹੈ। ਤਾਂ ਆਪਾਂ ਕਹਿ ਸਕਦੇ ਕਿ E1 ਪੁਆਇੰਟ ਇਜ਼ ਦਾ ਇਕੁਇਲਿਬਰੀਅਮ ਪੁਆਇੰਟ, ਜਿੱਥੇ ਜਿਹੜੀ ਆਪਣੀ ਇਨਕਮ ਕਰਵ ਹੈ ਤੇ ਐਗਰੀਗੇਟ ਡਿਮਾਂਡ ਕਰਵ ਹੈ ਉਹ ਕੀ ਹੈ, ਇਕੁਅਲ ਹੈ। ਹੁਣ ਉਸ ਤੋਂ ਬਾਅਦ ਅਗਰ ਕਹਿੰਦੇ ਗਵਰਨਮੈਂਟ ਸੈਕਟਰ ਇਨਵੋਲਵ ਹੋਇਆ ਤੇ ਗਵਰਨਮੈਂਟ ਨੇ ਆਪਣੇ ਐਕਸਪੈਂਡੀਚਰ ਨੇ ਜਿਹੜੇ ਵਧਾਤੇ, ਗਵਰਨਮੈਂਟ ਸਪੈਂਡਿੰਗ ਵੱਧ ਗਈ, ਗਵਰਨਮੈਂਟ ਨੇ ਚਾਹੇ ਤਾਂ ਇਨਵੈਸਟਮੈਂਟ ਕੀਤੀ, ਚਾਹੇ ਕੰਜ਼ੰਪਸ਼ਨ ਐਕਸਪੈਂਡੀਚਰ ਤੇ ਖਰਚ ਕੀਤਾ। ਠੀਕ ਹੈ, ਤਾਂ ਇਹਦੇ ਨਾਲ ਸਪੈਂਡਿੰਗ ਵੱਧ ਕੇ ਕਿੰਨੀ ਹੋ ਜਾਏਗੀ, A ਦੀ ਵਾਟ 1 ਤੋਂ A ਦੀ ਵਾਟ 2 ਹੋ ਜਾਏਗੀ, ਜਿਹਦੇ ਨਾਲ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਉਹ ਵੀ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਐਗਰੀਗੇਟ ਡਿਮਾਂਡ ਗਵਰਨਮੈਂਟ ਨੇ ਕੀ ਕੀਤਾ, ਟੈਕਸਿਸ ਵਗੈरह रिड्यूस करते, टैक्सेस वगैरह रिड्यूस किए तो अपनी क्या जो डिस्पोजल इनकम बढ़ी, जिसने एग्रीगेट डिमांड किया अपवर्ड शिफ्ट हुई, ਜਾਂ ਫਿਰ ਗਵਰਨਮੈਂਟ ਆਪਣੀ ਸਪੈਂਡਿੰਗ ਵਧਾਤੀ, ਗਵਰਨਮੈਂਟ ਨੇ ਇਨਵੈਸਟ ਕਰਤੀ, ਇਨਵੈਸਟ ਕਰਨ ਦੇ ਨਾਲ ਕੀ ਆ, ਇਨਕਮ ਜ਼ਿਆਦਾ ਜਨਰੇਟ, ਆਊਟਪੁੱਟ ਜ਼ਿਆਦਾ ਜਨਰੇਟ, ਜਿਹਦੇ ਕਰਕੇ ਐਗਰੀਗੇਟ ਡਿਮਾਂਡ ਵੀ ਕੀ ਹੋ ਜਾਏਗੀ, ਅਬਵ ਸ਼ਿਫਟ ਹੋ ਜਾਏਗੀ। ਤਾਂ ਐਗਰੀਗੇਟ ਡਿਮਾਂਡ A1 ਤੋਂ ਸ਼ਿਫਟ ਹੋ ਕੇ AD2 ਹੋ ਗਈ। ਠੀਕ ਹੈ, ਹੁਣ AD2 ਕਰਵ ਜਿਹੜੀ ਉਹ Y ਮੀਨਸ ਇਨਕਮ ਕਰਵ ਨੂੰ ਕਿੱਥੋਂ ਕੱਟ ਕਰ ਰਹੀ ਹੈ, ਉੱਪਰੋਂ ਕੱਟ ਕਰ ਰਹੀ ਹੈ। E2 ਪੁਆਇੰਟ ਤੁਸੀਂ ਦੇਖ ਸਕਦੇ ਹੋ, E2 ਪੁਆਇੰਟ ਤੇ ਕੱਟ ਕਰ ਰਹੀ ਹੈ, ਜਿੱਥੋਂ ਕਹਿੰਦੇ AD2 ਕਰਵ Y ਕਰਵ ਨੂੰ ਕੱਟ ਕਰੇਗੀ, ਤਾਂ ਉੱਥੇ ਜਿਹੜੀ ਆਪਣੀ ਇਨਕਮ ਹੈ, ਆਊਟਪੁੱਟ ਹੈ, ਉਹ ਕਿੰਨੀ ਇਨਕਰੀਜ਼ ਹੋ ਰਹੀ ਹੈ, Y ਤੋਂ Y2 ਇਨਕਰੀਜ਼ ਹੋ ਰਹੀ ਹੈ। ਦਿਸ ਇਜ਼ ਅ ਨਿਊ ਇਕੁਇਲਿਬਰੀਅਮ ਪੁਆਇੰਟ, ਕਿ ਗਵਰਨਮੈਂਟ ਦਾ ਇੱਥੇ ਕੀ ਗਵਰਨਮੈਂਟ ਐਕਸਪੈਂਡੀਚਰ ਦਾ ਪੋਜ਼ਿਟਿਵ ਫਰਕ ਪੈ ਰਿਹਾ ਹੈ, ਕਿ ਗਵਰਨਮੈਂਟ ਦੇ ਥਰੂ ਜੋ ਹੈ ਆਊਟਪੁੱਟ ਉਹ ਇਨਕਰੀਜ਼ ਹੋ ਕੇ ਉਹ Y2 ਹੋਗੀ, ਜੋ ਕਿ ਗਵਰਨਮੈਂਟ ਤੋਂ ਬਿਨਾਂ ਕਿੰਨੀ ਸੀਗੀ, ਉਹ Y1 ਸੀ। ਤਾਂ ਨਿਊ ਇਕੁਇਲਿਬਰੀਅਮ ਕੀ ਬਣਿਆ, ਆਪਣਾ ਉੱਪਰ ਬਣਿਆ, ਜਿੱਥੇ AD2 Y ਨੂੰ ਕੱਟ ਰਹੇ ਨੇ, ਤਾਂ ਇੱਥੇ ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਕੇ AD1 ਤੋਂ AD2 ਹੋ ਗਈ, ਤੇ ਇਨਕਮ ਤੇ ਆਊਟਪੁੱਟ ਵੀ ਇਨਕਰੀਜ਼ ਹੋ ਕੇ Y1 ਤੋਂ ਕਿੰਨੀ ਹੋ ਗਈ, Y2 ਹੋ ਗਈ। ਦਿਸ ਇਜ਼ ਅ ਇਕੁਇਲਿਬਰੀਅਮ ਪੁਆਇੰਟ। ਠੀਕ ਹੈ, ਥਰੂ ਦਾ ਗਵਰਨਮੈਂਟ ਸੈਕਟਰ, ਜੋ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਤਾਂ ਇਸ ਦੇ ਵਿੱਚ ਗਵਰਨਮੈਂਟ ਦੇ ਦੁਆਰਾ
टैक्सिस रिड्यूस ते अपनी ट्रांसफर गवर्नमेंट ट्रांसफर एंड जो भी है सब्सिडीज चाहे इन्वेस्टमेंट के थ्रू एग्रीगेट डिमांड की हुई है इंक्रीज हुई है पॉजिटिव इफेक्ट देखने को मिलेगा। इस तो बाद है गवर्नमेंट स्पेंडिंग एंड मल्टीप्लायर। हुण देखो जी गवर्नमेंट स्पेंडिंग है अपनी गवर्नमेंट के एक्सपेंडिचर्स ने या फिर गवर्नमेंट के टैक्स है तो वह मल्टीप्लायर से भी इफेक्ट पैंदा है। तो मल्टीप्लायर से किस तरह गवर्नमेंट के स्पेंडिंग का इफेक्ट पेगा इस आप देखांगे। ठीक है, सब तो पहला मल्टीप्लायर की होंगे। मल्टीप्लायर थोनों पता ही है मल्टीप्लायर का मतलब है कि जो मल्टीप्लायर सानू दसदा रिलेशनशिप बिटवीन द इन्वेस्टमेंट एंड इनकम कि इन्वेस्टमेंट दे विच चेंज होने दे नाल साडी इनकम दे विच किन्ने परसेंट चेंज होए जो इन्वेस्टमेंट दे विच चेंज होने दे नाल अपनी इनकम दे विच जिन्ने परसेंट चेंज होएगा दैट इज कॉल्ड मल्टीप्लायर। मल्टीप्लायर ਨੂੰ ਆਪਾਂ ਜਿਵੇਂ ਕਿ ਜਾਣਦੇ ਹਾਂ k ਦੇ ਨਾਲ ਡਿਨੋਟ ਕਰਦੇ ਹਾਂ। ਮਲਟੀਪਲਾਇਰ ਦਾ ਫਾਰਮੂਲਾ ਕੀ ਹੈ ਚੇਂਜ ਇਨ ਇਨਕਮ ਚੇਂਜ ਇਨ y ਡਿਵਾਈਡ ਬਾਈ ਚੇਂਜ ਇਨ ਇਨਵੈਸਟਮੈਂਟ। ਤਾਂ ਇੱਥੇ ਦੇਖ ਸਕਦੇ ਹੋ ਤੁਸੀਂ कि अपना जो मल्टीप्लायर है इतने गवर्नमेंट स्पेंडिंग ते मल्टीप्लायर की गल की गई कि मल्टीप्लायर ते गवर्नमेंट कितना अफेक्ट करेगी गवर्नमेंट का की अफेक्ट पेगा। हुण देखो डैश चेंज इन वाई मीन्स दिस इज द चेंज इन इनकम डिवाइड बाय चेंज इन इन्वेस्टमेंट चेंज इन ए इज इक्वल टू 1 डिवाइड बाय 1 माइनस सी प्लस सी टी टैक्स वगैरह माइनस करांगे 1 माइनस सी 1 प्लस टी। अगे है कंजम्पशन इतने मान लेती है अपनी कि कंजम्पशन 0.8 है एंड टैक्सेस अपने 0.2 ने। अगर कहते कंजम्पशन 0.8 है एंड अपनी जी टैक्स है 0.2 है तो इन्वेस्टमेंट कितनी होएगी तो अपना जोड़ा है गवर्नमेंट स्पेंडिंग इतने किया अल्फा के नाल डिनोट किया होया अल्फा इज इक्वल टू 1 डिवाइड बाय 1 माइनस सी होएगा। तो अल्फा इज इक्वल टू 1 डिवाइड बाय 1 माइनस सी होएगा। सी की जगह पे तुसी सी इज द कंजम्पशन सी की जगह पे तुसी 0.8 कंजम्पशन पुट करांगे तो ये की आ जाएगा 1 डिवाइड बाय 1 माइनस 0.8 इज इक्वल टू 5। एंड नाउ लेट अस फाइंड आउट अल्फा जी। गवर्नमेंट स्पेंडिंग चेक करनी है गवर्नमेंट स्पेंडिंग अल्फा जी इज इक्वल टू 1 डिवाइड बाय 1 माइनस सी प्लस सी टी कंजम्पशन टैक्सेस ने जो भी तो 1 डिवाइड बाय 1 माइनस 0.8 प्लस 0.8 ब्रैकेट के 0.2 आ जाएगा। 0.2 इज द टैक्स जो गवर्नमेंट ने लगाया है। 1 डिवाइड बाय 0.2 प्लस 0.16 इज इक्वल टू 1 डिवाइड बाय 0.36 इज इक्वल टू 2.77। तो गवर्नमेंट स्पेंडिंग साडी कितनी है 2.77 है। गवर्नमेंट इन्वेस्टमेंट बोल सकते हो गवर्नमेंट एक्सपेंडिचर बोल सकते हो। हुण देखो गवर्नमेंट स्पेंडिंग दे नाल मल्टीप्लायर ते इफेक्ट पेगा। सब तो पहला गवर्नमेंट्स दे कहंदे टू मेन मोटिव्स ने। गवर्नमेंट दा फर्स्ट मेन मोटिव किया कैपिटल फॉर्मेशन करना या इकनॉमिक स्टेबलाइजेशन लैके आना। तो गवर्नमेंट की करेगी एक तो की कर दी टैक्सिस वगैरह लगाती है टैक्सिस वगैरह थ्रू गवर्नमेंट की करती है रैवन्यू इकट्ठा करती है। हुण अगर तो जी गवर्नमेंट है ज़्यादा टैक्स लगाएगी ज़्यादा टैक्स लगाने दे नाल जो भी अपने कंज्यूमर्स होंगे प्रोड्यूसर्स होंगे उन्होंने कोल घट इनकम रह जाएगी। तो इनकम घट रहने के नाल वो कंजम्पशन ते इन्वेस्टमेंट की करेंगे घट करेंगे जिहदे नाल जिहड़ा मल्टीप्लायर है वह बैकवर्ड मल्टीप्लायर शो होएगा। बैकवर्ड जिहड़ा है अपना जो इन्वेस्टमेंट घटन के नाल जिहड़ी अपनी इनकम है काफ़ी गुना ज़्यादा की हो जाएगी घट जाएगी। अगर कहते गवर्नमेंट की करती है स्पेंडिंग ज़्यादा करती है मीन इन्वेस्टमेंट कैपिटल फॉर्मेशन ज़्यादा करती है या फिर गवर्नमेंट कहते टैक्स वगैरह घट करती है गवर्नमेंट टैक्स घट लगाएगी तो डिस्पोजल इनकम ज़्यादा बचेगी। तो जोड़े अपने प्रोड्यूसर्स से कंज्यूमर्स ने वो टैक्स घट होने के कारण ज़्यादा इनकम बचने के नाल कंजम्पशन ते प्रोडक्शन ते ज़्यादा खर्चा करेंगे इन्वेस्टमेंट ज़्यादा करेंगे जिहदे नाल जिहड़ा अपना मल्टीप्लायर का इफेक्ट हो कि मिलेगा पॉजिटिव होएगा। मीनस गवर्नमेंट की थोड़ी जी टैक्स घटा के जो इनकम बचेगी तो अपने जो भी पीपल्स ने प्रोड्यूसर क्लास है ज़्यादा इन्वेस्टमेंट करके मल्टीप्लायर का पॉजिटिव इफेक्ट पेगा। इस तरह गवर्नमेंट स्पेंडिंग अगर कहते गवर्नमेंट जो भी स्पेंडिंग करती है तो गवर्नमेंट की स्पेंडिंग के नाल गवर्नमेंट की इन्वेस्टमेंट के नाल जो अपना मल्टीप्लायर है वो ज़्यादा जो है पॉजिटिव रिजल्ट शो करेगा इनकम ज़्यादा की करेगा जनरेट करेगा।
तद कहते इकनॉमिक डेवलपमेंट के लिए जी गवर्नमेंट है एक फर्स्टली कैपिटल फॉर्मेशन करेगी, इन्वेस्टमेंट करेगी, तो जो इन्वेस्टमेंट है ज़्यादा तो ज़्यादा की हो इंक्रीज हो, तो पब्लिक डेप्थ देगी, स्मॉल सेविंग्स इंक्रीज करेगी, पब्लिक एंटरप्राइजेस एंड टैक्स रेवेन्यू है जो टैक्सेस के थ्रू इकट्ठा करके आप इन्वेस्ट करेगी, जब टैक्स वगैरह रिड्यूस करेगी, इंक्रीज इन नैशनल इनकम, रियल जीडीपी ਤੇ ਨੈਸ਼ਨਲ ਇਨਕਮ ਤੇ ਆਊਟਪੁੱਟ ਦੇ ਵਿੱਚ ਕਿੱਦਾਂ ਇੰਕਰੀਜ਼ ਹੋ ਸਕੇ, ਫੁੱਲ ਇੰਪਲੋਇਮੈਂਟ ਕਿੱਦਾਂ ਇੰਕਰੀਜ਼ ਹੋ ਸਕੇ, ट्रांसपोर्ट फैसिलिटीज़ देना, कम्युनिकेशन फैसिलिटीज़ देना, एंड उस तो बाद ਤੁਹਾਡੇ जो भी बैंकिंग फैसिलिटी हो गया प्रोवाइड करना, एंड प्रॉपर एलोकेशन ऑफ रिसोर्सिस, जिन्ने भी रिसोर्सिस ने उन्होंने प्रॉपर एलोकेशन हो गए, ठीक है, एंड मिनिमाइजिंग द इनइक्वालिटी ऑफ इनकम एंड वेल्थ। इनकम एंड वेल्थ ਦੇ ਵਿੱਚ ਜੋ ਵੀ ਕਹਿੰਦੇ ਕਮਿਊਨਿਟੀਜ਼ ਦੇ ਵਿੱਚ ਆਪਣੀ ਗੈਪ ਹੈ ਉਸ ਗੈਪ ਨੂੰ ਕਿੱਦਾਂ ਰਿਡਿਊਸ ਕੀਤਾ ਜਾ ਸਕੇ, ਤੇ ਕੰਟਰੋਲ ਓਵਰ ਇਨਫਲੇਸ਼ਨ, ਅਗਰ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੋ ਰਹੀਆਂ ਨੇ ਤਾਂ ਇਨਫਲੇਸ਼ਨ ਨੂੰ ਅਸੀਂ ਕਿੱਦਾਂ ਕੰਟਰੋਲ ਕਰ ਸਕੀਏ। ਇਹ ਵੀ ਕਹਿੰਦੇ ਗਵਰਨਮੈਂਟ ਸਪੈਂਡਿੰਗਸ ਦੇ ਵਿੱਚ ਹੀ ਆਉਂਦਾ ਹੈ। ਅਗਰ ਰਿਡਕਸ਼ਨ ਇਨ ਅਨਇੰਪਲੋਇਮੈਂਟ ਵੀ ਕਿਸ ਤਰ੍ਹਾਂ ਅਸੀਂ ਅਨਇੰਪਲੋਇਮੈਂਟ ਨੂੰ ਘਟਾਈਏ ਤੇ ਇੰਪਲੋਇਮੈਂਟ ਨੂੰ ਵਧਾਈਏ, ਸਾਈਕਲਿਕਲ ਅਨਇੰਪਲੋਇਮੈਂਟ, ਡਿਸਗਾਈਜ਼ਡ ਅਨਇੰਪਲੋਇਮੈਂਟ ਨੂੰ ਕਿੱਦਾਂ ਅਸੀਂ ਡਿਕਰੀਜ਼ ਕਰੀਏ। ਫਿਜ਼ੀਕਲ ਪਾਲਿਸੀ ਦੇ ਸਾਈਕਲਿਕਲ ਜਿਹੜੀ ਆਪਣੀ ਪਾਲਿਸੀ ਹੈ, ਬੂਮ ਤੇ ਡਿਪਰੈਸ਼ਨ, ਰਿਕਵਰੀ, ਰਿਸੈਸ਼ਨਸ, ਜੋ ਵੀ ਆਪਣਾ ਟ੍ਰੇਡ ਸਰਕਲ ਹੈ ਉਸ ਨੂੰ ਕਹਿੰਦੇ ਸਟੇਬਲ ਕਰਨ ਦੇ ਲਈ ਵੀ ਆਪਣੀ ਜਿਹੜੀ ਗਵਰਨਮੈਂਟ ਸਪੈਂਡਿੰਗ ਹੈ ਉਸਦਾ ਮੇਨ ਰੋਲ ਹੈ। ਆਪਾਂ ਇਹ ਬਾਅਦ ਦੇ ਵਿੱਚ ਪੜ੍ਹਦੇ ਹਾਂ। ਫਿਜ਼ੀਕਲ ਪਾਲਿਸੀ ਐਂਡ ਡਿਸਗਾਈਜ਼ਡ ਅਨਇੰਪਲੋਇਮੈਂਟ, ਕਿ ਕਿਸ ਤਰ੍ਹਾਂ ਜਿਹੜੀ ਛੁਪੀ ਬੇਰੁਜ਼ਗਾਰੀ ਉਹਨੂੰ ਦੂਰ ਕੀਤਾ ਜਾ ਸਕੇ, ਤੇ ਬੈਲੈਂਸ ਆਫ ਪੇਮੈਂਟਸ ਨੂੰ ਕਿੱਦਾਂ ਸਟੇਬਲਸ ਦੇ ਵਿੱਚ ਕੀਤਾ ਜਾ ਸਕੇ। ਨੈਕਸਟ ਇਜ਼ ਦਾ ਆਟੋਮੈਟਿਕ ਸਟੈਬਲਾਈਜ਼ਰਸ। ਆਟੋਮੈਟਿਕ ਸਟੈਬਲਾਈਜ਼ਰ ਦਾ ਮਤਲਬ ਕੀ ਹੈ, ਹੁਣ ਤੁਹਾਨੂੰ ਪਤਾ ਹੈ ਕਿ ਆਪਣੀ ਜੋ ਵੀ ਹੈ ਫਿਜ਼ੀਕਲ ਪਾਲਿਸੀ ਉਹਦਾ ਮੇਨ ਏਮ ਕੀ ਹੈ, ਕੰਟਰੋਲ ਓਵਰ ਇਨਫਲੇਸ਼ਨ ਐਂਡ ਡਿਫਲੇਸ਼ਨ, ਕਿ ਜਦੋਂ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਉਹਨਾਂ ਨੂੰ ਕੀ ਕਰਨਾ, ਸਟੇਬਲ ਕਰਨਾ, ਠੀਕ ਹੈ, ਜਾਂ ਘਟ ਜਾਂਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਇਨਕਰੀਜ਼ ਕਰਨਾ, ਮੀਨਸ ਇਨਫਲੇਸ਼ਨ ਡਿਫਲੇਸ਼ਨ ਤੇ ਕੰਟਰੋਲ ਕਰਨਾ ਆਪਣਾ ਜੋ ਹੈ ਫਿਜ਼ੀਕਲ ਪਾਲਿਸੀ ਇਹਦਾ ਮੇਨ ਏਮ ਹੈ। ਇਹ ਕਿੱਦਾਂ ਸਟੇਬਿਲਿਟੀ ਲੈ ਕੇ ਆਂਦੀ ਜਾ ਸਕਦੀ ਹੈ, ਤੁਸੀਂ ਦੇਖ ਸਕਦੇ ਹੋ। effect of change in government spending and tax rate, ਕਹਿੰਦੇ automatic stabilizer ਦਾ ਮਤਲਬ ਕੀ ਹੈ ਕਿ ਗਵਰਨਮੈਂਟ ਕਿਸ ਤਰ੍ਹਾਂ ਦੀਆਂ automatic stabilizer ਦੇ ਵਿੱਚ ਗਵਰਨਮੈਂਟ ਕਹਿੰਦੇ ਆਪਣੀ ਜੋ ਵੀ ਇਨਕਮ ਤੇ ਐਕਸਪੈਂਡੀਚਰ ਆਈਟਮਸ ਨੇ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰਦਾ ਹੈ ਜਿਹਦੇ ਨਾਲ ਆਪਣੀ ਇਕਨੋਮੀ ਦੇ ਵਿੱਚ ਆਟੋਮੈਟਿਕਲੀ ਕੀ ਹੋ ਜਾਵੇ, ਸਟੈਬਲਾਈਜ਼ਰ ਆ ਜਾਵੇ, ਸਟੇਬਿਲਿਟੀ ਆ ਜਾਵੇ, ਕਿ जो अपनी प्राइस है, आउटपुट है, एम्प्लॉयमेंट है वो स्टेबल रहे, ठीक है, प्राइसेस ज्यादा इंक्रीज डिक्रीज ना हो, ठीक है, इन्फ्लेशन ना हो जाए, डिफ्लेशन ना हो जाए, ਤਾਂ ਇਸ ਨੂੰ ਕਹਿੰਦੇ ਕੰਟਰੋਲ ਕਰਨ ਦੇ ਲਈ, ਸਟੇਬਲ ਕਰਨ ਦੇ ਲਈ ਗਵਰਨਮੈਂਟ ਹੈ ਜਿਹੜੀ ਆਟੋਮੈਟਿਕ ਸਟੈਬਲਾਈਜ਼ਰ ਦਾ ਕੰਮ ਕਰਦੀ ਹੈ। ਉਹ ਆਪਣੀ ਇਨਕਮ ਤੇ ਜਿਹੜੀ ਆਪਣਾ ਐਕਸਪੈਂਡੀਚਰਸ ਹੈ ਇਸ ਨੂੰ ਇਸ ਤਰ੍ਹਾਂ ਟੂ ਆਈਟਮਸ ਨੂੰ ਯੂਜ਼ ਕਰਦੀ ਹੈ ਤਾਂ ਜੋ ਆਪਣੀ ਜੋ ਹੈ ਸਟੇਬਿਲਿਟੀ ਇਕਨੋਮੀ ਦੇ ਵਿੱਚ ਬਣੀ ਰਹੇ। ਤਾਂ ਇੱਥੇ ਹੈ ਇਕੁਇਲਿਬ੍ਰੀਅਮ ਆਊਟਪੁੱਟ ਐਂਡ ਗਵਰਨਮੈਂਟ ਸਪੈਂਡਿੰਗ, ਇਫੈਕਟ ਆਫ ਚੇਂਜ ਇਨ ਗਵਰਨਮੈਂਟ ਸਪੈਂਡਿੰਗ, ਗਵਰਨਮੈਂਟ ਸਪੈਂਡਿੰਗਸ ਦੇ ਵਿੱਚ ਕਿਸ ਤਰ੍ਹਾਂ ਚੇਂਜ ਹੋਏਗਾ ਤੇ ਉਹਦੇ ਨਾਲ ਕੀ ਇਫੈਕਟ ਪਏਗਾ ਆਊਟਪੁੱਟ ਤੇ, ਐਂਡ ਟੈਕਸ ਦਾ ਕੀ ਇਫੈਕਟ ਪਏਗਾ ਆਪਣੀ ਜੋ ਵੀ ਹੈ ਆਊਟਪੁੱਟ ਉਸ ਤੇ। ਤਾਂ ਤੁਸੀਂ ਦੇਖ ਸਕਦੇ ਹੋ ਇਕਨੋਮਿਕ, ਪਹਿਲਾਂ ਤੁਸੀਂ ਸਟੈਬਲਾਈਜ਼ੇਸ਼ਨ ਸਟੈਬਲਾਈਜ਼ਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਟੇਬਿਲਿਟੀ ਲੈ ਕੇ ਆ ਸਕਦੀ ਆ। ਜਦੋਂ ਇਨਫਲੇਸ਼ਨ ਐਂਡ ਡਿਫਲੇਸ਼ਨ ਹੈ ਉਸ ਟਾਈਮ ਗਵਰਨਮੈਂਟ ਕੀ ਕਰੇਗੀ, ਕੰਟਰੋਲ ਓਵਰ ਇਨਫਲੇਸ਼ਨ। ਜਦੋਂ ਕਹਿੰਦੇ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਨੇ ਤਾਂ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਨੇ ਤਾਂ ਗਵਰਨਮੈਂਟ ਉਸ ਸਮੇਂ ਅੰਡਰ ਡਿਵੈਲਪ ਇਕਨੋਮੀ ਦੇ ਵਿੱਚ ਕੀ ਕਰੇਗੀ, ਇਸ ਦਾ ਮਤਲਬ ਹੈ ਕਿ ਜੋ ਵੀ ਕਹਿੰਦੇ ਮਨੀ ਦੀ ਸਪਲਾਈ ਹੈ ਆਪਣੀ ਇਕਨੋਮੀ ਦੇ ਵਿੱਚ ਜ਼ਿਆਦਾ ਹੋ ਰਹੀ ਹੈ, ਬੈਂਕਸ ਦੇ ਥਰੂ ਵੀ ਤੇ ਗਵਰਨਮੈਂਟ ਐਕਸਪੈਂਡੀਚਰਸ ਵੀ ਬਹੁਤ ਜ਼ਿਆਦਾ ਇੰਕਰੀਜ਼ ਹੋ ਰਹੇ ਨੇ, ਤਾਂ ਉਸ ਟਾਈਮ ਜਿਹੜੀ ਗਵਰਨਮੈਂਟ ਹੈ ਆਪਣੀ ਸਪੈਂਡਿੰਗ ਨੂੰ ਕੀ ਕਰ ਦੇਗੀ, ਡਿਕਰੀਜ਼ ਕਰ ਦੇਗੀ। ਗਵਰਨਮੈਂਟ ਆਪਣੀ ਸਪੈਂਡਿੰਗ ਨੂੰ ਡਿਕਰੀਜ਼ ਕਰੇਗੀ, ਐਕਸਪੈਂਡੀਚਰ ਨੂੰ ਘਟਾਏਗੀ, ਜਿਹਦੇ ਨਾਲ ਜਿਹੜੀ ਆਪਣੀ ਇਕਨੋਮੀ ਹੈ ਉਹਦੇ ਵਿੱਚ ਜਿਹੜੀ ਇਨਕਮ ਹੈ ਉਹਦੀ ਸਪਲਾਈ ਘਟ ਜਾਏਗੀ, ਜਿਹਦੇ ਨਾਲ ਜਿਹੜੀ ਡਿਮਾਂਡ ਹੈ ਆਟੋਮੈਟਿਕਲੀ ਕੀ ਹੋ ਜਾਏਗੀ, ਘਟ ਹੋ ਜਾਏਗੀ। दूसरी तरफ अगर कहते डिफ्लेशन है, डिफ्लेशन है मीन्स आउटपुट घट है, इंप्लॉयमेंट घट है एंड प्राइसेस बहुत ज़्यादा घट ने, ठीक है, डिमांड भी घट है, तो उस टाइम की होएगा गवर्नमेंट अपनी जी, इसका मतलब है कि अपनी इकोनॉमी के मनी की सप्लाई घट है तब लोगों की डिमांड घट है, प्राइस घट होने तब गवर्नमेंट अपने जो एक्सपेंडिचर्स ने, सबसिडीज ने उन्होंने इनक्रीज कर देगी ਤੇ ਟੈਕਸਿਸ ਨੂੰ ਵੀ ਕੀ ਕਰੇਗੀ, ਇਨਕਰੀਜ਼ ਕਰੇਗੀ, ਜਿਹਦੇ ਨਾਲ ਕੀ ਆ ਇਕਨੋਮੀ ਦੇ ਵਿੱਚ ਪੈਸੇ ਦੀ ਸਪਲਾਈ ਹੋ ਜਾਏਗੀ, ਜਿਸ ਦੇ ਨਾਲ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਆ ਉਹ ਇਨਕਰੀਜ਼ ਹੋ ਜਾਏਗੀ, ਠੀਕ ਹੈ, ਕੰਜ਼ੰਪਸ਼ਨ ਤੇ ਡਿਮਾਂਡ ਇਨਕਰੀਜ਼ ਹੋਏਗੀ,
ਜਿਹਦੇ ਨਾਲ ਤੇ ਆਊਟਪੁੱਟ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ, ਜੋ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਅਗਰ ਕਹਿੰਦੇ ਆਪਣੀ ਗਵਰਨਮੈਂਟ ਸਪੈਂਡਿੰਗ ਵਧਾ ਦਿੰਦੀ ਆ, ਗਵਰਨਮੈਂਟ ਐਕਸਪੈਂਡੀਚਰ ਵਧਾ ਦਿੰਦੀ ਆ, ਤਾਂ ਐਕਸਪੈਂਡੀਚਰ ਵਧਣ ਦੇ ਨਾਲ ਕੀ ਆ, ਮਨੀ ਦੀ ਸਪਲਾਈ ਵੱਧ ਗਈ, ਲੋਕਾਂ ਕੋਲ ਮਨੀ ਇਨਕਰੀਜ਼ ਹੋਗੀ, ਤਾਂ ਲੋਕ ਕੀ ਆ, ਜੋ ਆਪਣੀ ਐਗਰੀਗੇਟ ਡਿਮਾਂਡ ਹੈ, ਕੰਜ਼ੰਪਸ਼ਨ ਹੈ, ਉਹਨੂੰ ਇਨਕਰੀਜ਼ ਕਰ ਦੇਣਗੇ। ਦੂਸਰੀ ਤਰਫ ਜਿਹੜਾ ਟੈਕਸ ਰੇਟ ਹੈ, ਅਗਰ ਗਵਰਨਮੈਂਟ ਕਹਿੰਦੇ ਟੈਕਸਿਸ ਵਗੈਰਾ ਘਟਾ ਦਿੰਦੀ ਆ, ਜੋ ਵੀ ਆਪਣਾ ਇਨਡਾਇਰੈਕਟ ਤੇ ਡਾਇਰੈਕਟ ਟੈਕਸਿਸ ਨੇ ਗਵਰਨਮੈਂਟ ਉਹਨਾਂ ਨੂੰ ਘਟਾਉਂਦੀ ਆ, ਤਾਂ ਇਹਦਾ ਮਤਲਬ ਡਿਸਪੋਜ਼ਲ ਇਨਕਮ ਜ਼ਿਆਦਾ ਵੱਧਦੀ ਆ। ਡਿਸਪੋਜ਼ਲ ਇਨਕਮ ਜ਼ਿਆਦਾ ਵੱਧਦੀ ਹੈ, ਜਿਸ ਨੂੰ ਕਹਿੰਦੇ ਕੰਜ਼ੰਪਸ਼ਨ ਤੇ ਇਨਵੈਸਟਮੈਂਟ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਜੋ ਇਨਕਮ ਬਚੇਗੀ ਉਹਦੇ ਥਰੂ, ਜੇ ਜ਼ਿਆਦਾ ਇਨਕਮ ਬਚੇਗੀ ਤਾਂ ਆਪਣੀ ਜਿਹੜੀ ਕੰਜ਼ੰਪਸ਼ਨ ਐਕਸਪੈਂਡੀਚਰ ਹੈ ਜ਼ਿਆਦਾ ਹੋਏਗਾ, ਠੀਕ ਹੈ। ਤਾਂ ਫਿਰ ਕੀ ਹੈ, ਜੋ ਐਗਰੀਗੇਟ ਡਿਮਾਂਡ ਹੈ ਉਹ ਜ਼ਿਆਦਾ ਇਨਕਰੀਜ਼ ਹੋਏਗੀ, ਠੀਕ ਹੈ। ਤਾਂ ਜਿਹਦੇ ਨਾਲ ਆਊਟਪੁੱਟ ਵੀ ਆਪਣੀ ਕੀ ਹੋਏਗੀ, ਇਨਕਰੀਜ਼ ਹੋਏਗੀ, ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਐਗਰੀਗੇਟ ਡਿਮਾਂਡ ਜ਼ਿਆਦਾ, ਗਵਰਨਮੈਂਟ ਐਕਸਪੈਂਡੀਚਰ ਵੱਧ ਕੇ ਤਦ ਇਨਕਰੀਜ਼ ਹੋਏਗੀ, ਜਾਂ ਫਿਰ ਟੈਕਸਿਸ ਵਗੈਰਾ ਰਿਡਿਊਸ ਹੋ ਕੇ ਗਵਰਨਮੈਂਟ ਦੇ ਥਰੂ ਤਦ ਇਨਕਰੀਜ਼ ਹੋਏਗੀ। ਇਸ ਡਾਇਗਰਾਮ ਦੇ ਵਿੱਚ ਇਕੁਇਲਿਬਰੀਅਮ ਆਊਟਪੁੱਟ ਐਂਡ ਗਵਰਨਮੈਂਟ ਸਪੈਂਡਿੰਗ ਦਿਖਾਇਆ ਹੈ ਕਿ ਗਵਰਨਮੈਂਟ ਸਪੈਂਡਿੰਗ ਦੇ ਥਰੂ ਕਿੱਦਾਂ ਆਪਣੀ ਜਿਹੜੀ ਆਊਟਪੁੱਟ ਹੈ ਤੇ ਡਿਮਾਂਡ ਹੈ ਉਹ ਇਨਕਰੀਜ਼ ਹੋ ਰਹੀ ਹੈ ਤੇ ਇਕੁਇਲਿਬਰੀਅਮ ਚੇਂਜ ਹੋ ਰਿਹਾ ਇਕਨੋਮੀ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਕੇਨਸ ਦੀ ਫਰਸਟ ਅਜ਼ੰਪਸ਼ਨ ਹੈ ਕਿ ਜਿੱਥੇ ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ ਇਨਕਮ ਹੋਏਗੀ, ਐਗਰੀਗੇਟ ਆਊਟਪੁੱਟ ਹੋਏਗੀ, ਉੱਥੇ ਇਕਨੋਮੀ ਦੇ ਵਿੱਚ ਇਕੁਇਲਿਬਰੀਅਮ ਆਊਟਪੁੱਟ ਹੋਏਗਾ। ਤਾਂ ਗਵਰਨਮੈਂਟ ਸਪੈਂਡਿੰਗ ਦੀ ਗੱਲ ਹੋ ਰਹੀ ਹੈ, ਗਵਰਨਮੈਂਟ ਸੈਕਟਰ ਦੀ ਗੱਲ ਹੋ ਰਹੀ ਹੈ। ਤਾਂ ਗਵਰਨਮੈਂਟ ਸਪੈਂਡਿੰਗ ਮੀਨਸ ਗਵਰਨਮੈਂਟ ਦਾ ਐਕਸਪੈਂਡੀਚਰ ਇਨਕਰੀਜ਼ ਹੋਣਾ, ਰੋਡਸ ਤੇ, ਟਰਾਂਸਪੋर्ट ਤੇ, ਐਜੂਕੇਸ਼ਨ ਤੇ, ਹੈਲਥ ਫੈਸਿਲਿਟੀਜ਼ ਤੇ, ਐਂਡ ਜੋ ਹੈ ਟਰਾਂਸਫਰ ਤੇ, ਸਬਸਿਡੀਜ਼ ਤੇ, ਆਪਣਾ ਗਿਫਟਸ ਤੇ, ਪੈਨਸ਼ਨਸ ਤੇ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ 45 ਡਿਗਰੀ ਤੋਂ ਜਿਹੜੀ ਆਪਣੀ ਇਨਕਮ ਕਰਵ ਹੈ, ਦਿਸ ਇਜ਼ ਦਾ ਆਊਟਪੁੱਟ ਕਰਵ, ਐਗਰੀਗੇਟ ਸਪਲਾਈ ਕਰਵ, ਐਂਡ ਆਪਣੀ ਜਿਹੜੀ ਗਵਰਨਮੈਂਟ ਦੇ ਐਕਸਪੈਂਡੀਚਰ ਤੋਂ ਪਹਿਲਾਂ ਕੀ ਹੈ, ਜੋ ਆਪਣੀ ਡਿਮਾਂਡ ਕਰਵ ਹੈ, ਐਗਰੀਗੇਟ ਡਿਮਾਂਡ ਕਰਵ ਉਹ ਕਿੰਨੀ ਹੈ, AD0 ਇਜ਼ ਅ ਇਨੀਸ਼ੀਅਲ ਡਿਮਾਂਡ ਕਰਵ, ਜਦੋਂ ਕਹਿੰਦੇ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਸਪੈਂਡਿੰਗ ਨਹੀਂ ਕਰ ਰਹੀ, ਗਵਰਨਮੈਂਟ ਐਕਸਪੈਂਡੀਚਰ ਨਹੀਂ ਕਰ ਰਹੀ, ਤਾਂ ਉਦੋਂ ਕਹਿੰਦੇ ਇਕੁਇਲਿਬਰੀਅਮ ਕਿੱਥੇ ਹੈ, E0 ਇਜ਼ ਅ ਇਕੁਇਲਿਬਰੀਅਮ ਪੁਆਇੰਟ, ਐਂਡ ਜਿਹੜੀ ਆਪਣੀ ਡਿਮਾਂਡ ਕਿੰਨੀ ਹੈ, A ਦੀ ਬਾਰ 0, A0 ਇਜ਼ ਅ ਐਗਰੀਗੇਟ ਡਿਮਾਂਡ ਐਂਡ E0 ਇਜ਼ ਅ ਇਕੁਇਲਿਬਰੀਅਮ, ਜਿੱਥੇ ਕਹਿੰਦੇ ਆਪਣੀ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਕਰਵ ਇੱਕ ਦੂਸਰੇ ਨੂੰ ਕੱਟ ਰਹੇ ਨੇ, ਤਾਂ ਉੱਥੇ ਇਨਕਮ ਤੇ ਆਊਟਪੁੱਟ ਕਿੰਨੀ ਹੈ, Y0 ਹੈ, ਠੀਕ ਹੈ। ਤੇ ਜਦੋਂ ਕਹਿੰਦੇ ਗਵਰਨਮੈਂਟ ਐਕਸਪੈਂਡੀਚਰ ਵੱਧ ਜਾਂਦਾ, ਗਵਰਨਮੈਂਟ ਸਪੈਂਡਿੰਗ ਵੱਧ ਜਾਂਦੀ ਹੈ, ਤਾਂ ਕਹਿੰਦੇ ਆਪਣੀ ਕੀ ਆ, ਇਨਕਮ ਇਨਕਰੀਜ਼ ਹੋ ਜਾਂਦੀ ਹੈ ਪਰਸਨਸ ਦੀ, ਤੇ ਐਗਰੀਗੇਟ ਡਿਮਾਂਡ ਸ਼ਿਫਟ ਹੋ ਕੇ ਕਹਿੰਦੇ AD0 ਤੋਂ ਕਿੱਥੇ ਚਲੇ ਜਾਂਦੀ ਆ, ਅਬਵ ਸ਼ਿਫਟ ਹੁੰਦੀ ਹੈ, AD1 ਹੋ ਜਾਂਦੀ ਹੈ। AD1 ਇਜ਼ ਅ ਨਿਊ ਐਗਰੀਗੇਟ ਡਿਮਾਂਡ ਕਰਵ, ਜੋ ਕਿ ਗਵਰਨਮੈਂਟ ਐਕਸਪੈਂਡੀਚਰ ਤੋਂ ਬਾਅਦ ਇਨਕਰੀਜ਼ ਹੋਈ ਹੈ। ਤਾਂ ਕਹਿੰਦੇ ਡਿਮਾਂਡ ਇਨਕਰੀਜ਼ ਹੋ ਕੇ A0 ਤੋਂ A1 ਹੋ ਜਾਂਦੀ ਹੈ, ਤੇ ਨਿਊ ਇਕੁਇਲਿਬਰੀਅਮ ਜਿੱਥੇ AD1 ਕਰਵ y ਕਰਵ ਨੂੰ ਕੱਟ ਰਹੀ ਹੈ, ਦਿਸ ਇਜ਼ ਅ E1 ਪੁਆਇੰਟ ਇਜ਼ ਅ ਨਿਊ ਇਕੁਇਲਿਬਰੀਅਮ ਪੁਆਇੰਟ, ਜਿੱਥੇ ਕਹਿੰਦੇ ਆਪਣੀ ਜਿਹੜੀ ਇਨਕਮ ਐਂਡ ਆਊਟਪੁੱਟ ਵੀ ਹੈ ਉਹ ਵੀ ਇਨਕਰੀਜ਼ ਹੋ ਕੇ ਕਿੰਨੀ ਹੋ ਜਾਂਦੀ ਹੈ, OY0 ਤੋਂ OY1 ਹੋ ਜਾਂਦੀ ਹੈ। ਤਾਂ ਇਹ ਨਿਊ ਇਕੁਇਲਿਬਰੀਅਮ ਹੈ ਜਿਹੜਾ ਇਹ ਕੀ ਦੱਸ ਰਿਹਾ ਹੈ, E1 ਕਿ ਜਿਹੜਾ ਆਪਣੀ ਗਵਰਨਮੈਂਟ ਸਪੈਂਡਿੰਗ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਜਿਹੜੀ ਡਿਮਾਂਡ ਹੈ ਉਹ ਇਨਕਰੀਜ਼ ਹੋ ਕੇ A0 ਤੋਂ A1 ਹੋ ਗਈ, ਤੇ ਉਸ ਦੇ ਨਾਲ ਹੀ ਜਿਹੜੀ ਆਪਣੀ ਇਨਕਮ ਹੈ ਉਹਦੇ ਵਿੱਚ ਵੀ ਚੇਂਜ ਹੋਇਆ, ਇਨਕਮ ਐਂਡ ਆਊਟਪੁੱਟ ਉਹ ਵੀ Y0 ਤੋਂ ਇਨਕਰੀਜ਼ ਹੋ ਕੇ ਕਿੰਨੀ ਹੋ ਗਈ, Y1 ਹੋ ਗਈ। ਦਿਸ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਗਵਰਨਮੈਂਟ ਇਕੁਇਲਿਬਰੀਅਮ ਆਊਟਪੁੱਟ ਐਂਡ ਗਵਰਨਮੈਂਟ ਸਪੈਂਡਿੰਗ। ਇਸ ਤੋਂ ਉਲਟ ਕਹਿੰਦੇ ਜੇਕਰ ਗਵਰਨਮੈਂਟ ਟੈਕਸਿਸ ਵੱਧ ਜਾਣ ਤੇ ਉਸ ਤੋਂ ਬਾਅਦ ਗਵਰਨਮੈਂਟ ਸਪੈਂਡਿੰਗ ਘੱਟ ਜਾਏ, ਤਦ ਕਿ ਆਪਣੀ ਐਗਰੀਗੇਟ ਡਿਮਾਂਡ ਡਾਊਨਵਰਡ ਸ਼ਿਫਟ ਹੋ ਜਾਏਗੀ, ਤੇ ਇਕੁਇਲਿਬਰੀਅਮ E1 ਤੋਂ E0 ਹੋ ਜਾਏਗਾ, ਆਊਟਪੁੱਟ ਤੇ ਡਿਮਾਂਡ ਕਰਵ ਵੀ ਜਿਹੜੀ ਇਨਕਮ ਤੇ ਆਊਟਪੁੱਟ ਹੈ ਉਹ ਵੀ ਘਟ ਕੇ Y1 ਤੋਂ Y0 ਐਂਡ A1 ਤੋਂ A0 ਹੋ ਜਾਏ। ਨੈਕਸਟ ਇਜ਼ ਅ ਚੇਂਜ ਇਨ ਇਨਕਮ ਟੈਕਸ ਰੇਟ, ਕਹਿੰਦੇ ਜਦੋਂ ਇਨਕਮ ਟੈਕਸ ਰੇਟ, ਤੁਹਾਨੂੰ ਪਤਾ ਹੈ ਕਿ ਇਨਕਮ ਟੈਕਸ ਇਜ਼ ਅ ਡਾਇਰੈਕਟ ਟੈਕਸ ਜੋ ਗਵਰਨਮੈਂਟ ਦੇ ਥਰੂ ਲੱਗਦਾ ਹੈ, ਤਾਂ ਇਹਦੇ ਵਿੱਚ ਕੀ ਹੁੰਦਾ, ਆਪਣੀ ਇਨਕਮ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਤਾਂ ਇਨਕਮ ਕਿਉਂਕਿ ਡਿਸਪੋਜ਼ਲ ਇਨਕਮ ਘਟ ਜਾਂਦੀ ਹੈ, ਤਾਂ ਡਿਸਪੋਜ਼ਲ ਇਨਕਮ ਕੀ ਹੁੰਦੀ ਹੈ, ਟੋਟਲ ਇਨਕਮ ਮਾਈਨਸ ਟੈਕਸਿਸ, ਠੀਕ ਹੈ। ਤਾਂ ਡਿਸਪੋਜ਼ਲ ਇਨਕਮ ਘਟ ਜਾਏਗੀ ਤਾਂ ਐਗਰੀਗੇਟ ਡਿਮਾਂਡ ਕੀ ਆਪਣੀ ਡਿਕਰੀਜ਼ ਹੋ ਜਾਏਗੀ। ਇੱਥੇ ਕੀ ਹੈ, ਕਹਿੰਦੇ ਚੇਂਜਿਸ ਇਨ ਦਾ ਇਨਕਮ ਟੈਕਸ ਰੇਟ, ਤੁਹਾਨੂੰ ਪਤਾ ਹੈ ਕਿ ਇਨਕਮ ਕੀ ਹੈ, ਇਨਕਮ ਟੈਕਸ ਡਾਇਰੈਕਟ ਟੈਕਸਿਸ ਫਿਕਸ ਹੁੰਦੇ ਨੇ ਜੋ ਆਪਾਂ ਨੂੰ ਪੇ ਕਰਨੇ ਹੀ ਪੈਂਦੇ ਨੇ, ਤਾਂ ਇੱਥੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਆਪਾਂ ਨੇ ਆਪਣੀ ਇਨਕਮ ਦੇ ਵਿੱਚੋਂ ਇੰਨਾ ਜੋ ਹੈ ਪਰਸੈਂਟ ਟੈਕਸ ਪੇ ਕਰਨਾ ਹੀ ਕਰਨਾ ਹੈ। ਤਾਂ ਇਹ ਦੀਵਾਰ ਹੈ ਜੋ ਦਿਸ ਇਜ਼ ਅ टैक्स जो गवर्नमेंट ने अपना लगाया है इनकम टैक्स रेट, ठीक है। द फर्स्ट इनिशियल डिमांड कर्व की है AD0 है,
इक्विलिब्रियम ई जीरो है जिथे अपनी इनकम एग्रीगेट सप्लाई कब एग्रीगेट डिमांड ਨੂੰ ਕੱਟ ਕਰ ਰਹੀ ਹੈ ਤਾਂ y0 ਇਨਕਮ ਐਂਡ ਆਊਟਪੁੱਟ ਹੈ ਜਦੋਂ ਕਿ ਟੈਕਸ A1 ਫਿਰ ਹੈ ए ਦੀ ਵਾਰ ਹੈ ਤਦ ਕਿ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਕੇ E0 ਤੋਂ E1 ਚਲੇ ਜਾਂਦੀ ਹੈ ਠੀਕ ਹੈ ਤਾਂ ਆਪਣੀ ਜਿਹੜੀ ਆਪਣੀ ਇਨਕਮ ਐਂਡ ਆਊਟਪੁੱਟ ਹੈ ਉਹ ਵੀ ਇਨਕਰੀਜ਼ ਹੋ ਕੇ ਕੀ ਹੋ ਜਾਂਦੀ ਆ y0 ਤੋਂ y1 ਹੋ ਜਾਏ why combining the two components we can write ਕਹਿੰਦੇ चेंज इन इनकम दसिया है तो अपना माइनस चेंज इन कंजम्पशन चेंज इन इनकम डेल्टा टी टैक्स के चेंज प्लस सी कंजम्पशन 1 माइनस टी टैक्स माइनस करेंगे टैक्स हुआ वाई डेल्टा y0 वेयर इट इज द न्यू टैक्स रेट ठीक है y0 इज इक्वल टू 1 माइनस सी प्लस सी टी इस ते ਤੁਹਾਨੂੰ ਇਸ ਵੀ ਦੱਸਦੇ ਨੇ ਜੇ ਨਿਊ ਟੈਕਸ ਲੱਗਦਾ ਹੈ ਤਾਂ ਟੈਕਸਿਸ ਰੇਟ ਵਧਾਏ ਜਾਂਦੇ ਨੇ ਤਾਂ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਹੈ ਡਾਊਨਵਰਡ ਵੀ ਸ਼ਿਫਟ ਹੋ ਜਾਂਦੀ ਹੈ ਤੇ ਆਪਣਾ ਨਿਊ ਇਕੁਇਲਿਬ੍ਰੀਅਮ E1 ਤੋਂ E0 ਤੇ ਵੀ ਸ਼ਿਫਟ ਹੋ ਜਾਏਗਾ ਜਿਸ ਨਾਲ ਆਪਣੀ ਇਨਕਮ ਤੇ ਆਊਟਪੁੱਟ ਵੀ ਕੱਟ ਕੇ y0 ਤੋਂ y1 ਹੋ ਜਾਏਗੀ ਅੱਗੇ ਹੈ ਗਵਰਨਮੈਂਟ ਬਜਟ ਕੀ ਹੁੰਦਾ ਹੈ ਗਵਰਨਮੈਂਟ ਬਜਟ ਕਿਸ ਨੂੰ ਕਹਿੰਦੇ ਨੇ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਜੋ ਬਜਟ ਹੈ ਗਵਰਨਮੈਂਟ ਫਿਜ਼ੀਕਲ ਜੋ ਡੈਫਿਸਿਟ ਫਾਈਨਾਂਸ ਜਿਹੜਾ ਹੈ ਆਪਾਂ ਨੂੰ ਬੋਲ ਦਿੰਦੇ ਆ ਡੈਫਿਸਿਟ ਬਜਟ ਡੈਫਿਸਿਟ ਕਹਿੰਦੇ ਵੈਨ ਦਾ ਗਵਰਨਮੈਂਟਸ ਕਹਿੰਦੇ ਮੀਟਸ ਬਜਟਰੀ ਆਪਣੀ ਬਜਟਰੀ ਪਾਲਿਸੀ ਨੂੰ ਮਿਲਦਾ ਹੈ ਦਿਸ ਇਜ਼ ਅ ਗਵਰਨਮੈਂਟ ਬਜਟ ਦੇ ਵਿੱਚ ਕਹਿੰਦੇ ਗਵਰਨਮੈਂਟ ਦੇ ਐਕਸਪੈਂਡੀਚਰਸ ਤੇ ਇਨਕਮ ਦੇ ਨੂੰ ਲੈ ਕੇ ਪਾਲਿਸੀਜ਼ ਆਉਂਦੀਆਂ ਨੇ ਗਵਰਨਮੈਂਟ ਦਾ ਬਜਟ ਹੁੰਦਾ ਜਿਹੜਾ ਉਹ ਗਵਰਨਮੈਂਟ ਦੇ ਇਨਕਮ ਮੈਥਡਸ ਤੇ ਜਿਹੜੇ ਐਕਸਪੈਂਡੀਚਰ ਮੈਥਡਸ ਨੇ ਉਸ ਨਾਲ ਸੰਬੰਧਿਤ ਹੈ ਇਹ ਦੱਸਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਕਮ ਐਂਡ ਐਕਸਪੈਂਡੀਚਰ ਕਿ ਗਵਰਨਮੈਂਟ ਦਾ ਇਨਕਮ ਕਿੰਨਾ ਹੈ ਤੇ ਗਵਰਨਮੈਂਟ ਦੇ ਐਕਸਪੈਂਡੀਚਰਸ ਕਿੰਨੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਵਰਨਮੈਂਟ ਇਨਕਮ ਕਿੱਥੋਂ ਕੈਲਕੂਲੇਟ ਕਰਦੀ ਆ ਗਵਰਨਮੈਂਟ ਇਨਕਮ ਟੈਕਸਿਸ ਵਗੈਰਾ ਤੋਂ ਕੈਲਕੂਲੇਟ ਕਰਦੀ ਆ ਜੋ ਵੀ ਕਹਿੰਦੇ ਗਵਰਨਮੈਂਟ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਿਸ ਲਗਾਉਂਦੀ ਹੈ ਤਾਂ ਇਸ ਤੋਂ ਗਵਰਨਮੈਂਟ ਕੀ ਕਰੇਗੀ ਆਪਣੇ ਜੋ ਵੀ ਰੈਵਨਿਊ ਨੇ ਉਹਨਾਂ ਨੂੰ ਕੀ ਕਰੇਗੀ ਇਕੱਠਾ ਕਰੇਗੀ ਤਾਂ ਇਸ ਟੈਕਸਿਸ ਨੂੰ ਯੂਜ਼ ਕਰਦੀ ਆ ਇਕਨੋਮਿਕ ਸਟੈਬਲਾਈਜੇਸ਼ਨ ਦੇ ਲਈ ਤਾਂ ਤੁਸੀਂ ਦੇਖੋ ਟੈਕਸੇਸ਼ਨ ਪਾਲਿਸੀ ਗਵਰਨਮੈਂਟ ਦਾ ਜੋ ਮੇਨ ਏਮ ਹੈ ਕਿ ਲੋਕਾਂ ਤੇ ਡਾਇਰੈਕਟ ਤੇ ਇਨਡਾਇਰੈਕਟ ਟੈਕਸਿਸ ਲਗਾਉਣਾ ਤੇ ਉਸਦੇ ਥਰੂ ਕੀ ਕਰਨਾ ਜੋ ਵੀ ਆਪਣੀਆਂ ਜੋ ਪੀਪਲਸ ਨੇ ਉਹਨਾਂ ਦੇ ਜੋ ਪੂਅਰ ਕਲਾਸ ਹੈ ਉਹਨਾਂ ਦੇ ਉਸ ਪੈਸੇ ਨੂੰ ਕੀ ਕਰਨਾ ਐਕਸਪੈਂਡੀਚਰਸ ਕਰਨਾ ਕਹਿੰਦੇ ਜਦੋਂ ਗਵਰਨਮੈਂਟ ਡਾਇਰੈਕਟ ਤੇ ਇਨਡਾਇਰੈਕਟ ਟੈਕਸਿਸ ਲਗਾਏਗੀ ਤਾਂ ਆਪਣੀ ਇਕਨੋਮੀ ਦੇ ਵਿੱਚ ਜੋ ਵੀ ਇਨਫਲੇਸ਼ਨਸ ਹੈ ਉਹਨਾਂ ਤੇ ਕੰਟਰੋਲ ਬਣਿਆ ਰਹੇਗਾ ਪ੍ਰਾਈਸ ਦਾ ਜੋ ਇਨਕਰੀਜ਼ ਹੈ ਪ੍ਰਾਈਸ ਦੇ ਵਿੱਚ ਉਹ ਨਹੀਂ ਆਏਗਾ क्योंकि जो अपनी डिमांड फॉर गुड्स है की हो जाएगी डिक्रीज हो जाएगी क्योंकि एग्रीगेट डिमांड है जी टैक्सेशन मल्टीप्लायर पर डिपेंड करती है अगर टैक्स ज़्यादा होएगा तो एग्रीगेट डिमांड घट होएगी अगर टैक्स घट होएगा तो एग्रीगेट डिमांड की होएगी ज़्यादा होएगी तब फर्स्ट कहते हैं गवर्नमेंट का की है टैक्स के थ्रू इनकम इकट्ठी करना एंड सैकेंड इज गवर्नमेंट एक्सपेंडिचर पॉलिसी कहते गवर्नमेंट वही इनकम का की करती है गवर्नमेंट एक्सपेंडिचर करती है अगर कहते गवर्नमेंट अपने एक्सपेंडिचर्स को इनक्रीज कर देती है तब फिर कहते मनी का इनक्रीज होंगे इकॉनमी के डिमांड इनक्रीज हो जाएगी अगर गवर्नमेंट एक्सपेंडिचर डिक्रीज कर देती है तो डिमांड की है डिक्रीज हो जाएगी तो इतने कहते गवर्नमेंट की बजट नाल रिलेटेड पॉलिसी है कहते इनकम ते एक्सपेंडिचर के नाल कहते अगर तक गवर्नमेंट का जिहड़ा बजट है पॉजिटिव कदों होएगा सरप्लस दे विच जब कदों होएगा ਜਦੋਂ ਕਹਿੰਦੇ ਗਵਰਨਮੈਂਟ ਦੀ ਇਨਕਮ ਜ਼ਿਆਦਾ ਹੈ ਤੇ ਐਕਸਪੈਂਡੀਚਰ ਘੱਟ ਨੇ ਜਦੋਂ ਗਵਰਨਮੈਂਟ ਦੀ ਇਨਕਮ ਜ਼ਿਆਦਾ ਹੋਏਗੀ ਐਕਸਪੈਂਡੀਚਰ ਘੱਟ ਹੋਣਗੇ ਤਾਂ ਆਪਾਂ ਬੋਲ ਸਕਦੇ ਹਾਂ ਕਿ ਜਿਹੜਾ ਬਜਟ ਹੈ ਗਵਰਨਮੈਂਟ ਦਾ ਉਹ ਸਰਪਲਸ ਦੇ ਵਿੱਚ ਹੈ ਠੀਕ ਹੈ ਐਂਡ ਜਿਹੜਾ ਬਜਟ ਹੈ ਡੈਫਿਸਿਟ ਦੇ ਵਿੱਚ ਕਦੋਂ ਹੋਏਗਾ ਜਦੋਂ ਕਹਿੰਦੇ ਗਵਰਨਮੈਂਟ ਦੇ ਜਿਹੜੇ ਐਕਸਪੈਂਡੀਚਰ ਨੇ ਉਹ ਗਵਰਨਮੈਂਟ ਦੀ ਇਨਕਮ ਦੇ ਨਾਲੋਂ ਇਨਕਰੀਜ਼ ਹੋ ਜਾਂਦੇ ਨੇ ਤਾਂ ਜਦੋਂ ਗਵਰਨਮੈਂਟ ਦਾ ਬਜਟ ਕੀ ਹੁੰਦਾ ਡੈਫਿਸਿਟ ਦੇ ਵਿੱਚ ਹੁੰਦਾ ਤਾਂ ਇਹ ਜਿਹੜਾ ਗਵਰਨਮੈਂਟ ਹੈ ਇਹ ਆਪਣੇ ਬਜਟ ਨੂੰ ਡੈਫਿਸਿਟ ਫਾਈਨਾਂਸ ਨੂੰ ਪੂਰਾ ਕਰਨ ਦੇ ਲਈ ਆਪਣੇ ਜੋ ਪਬਲਿਕ ਡੈਪਟ ਨੇ ਉਹ ਲੈਂਦੀ ਆ ਇੰਟਰਨਲ ਐਂਡ ਐਕਸਟਰਨਲ ਡੈਪਟ ਨੇ ਜਿਹੜੇ ਲੈਂਦੀ ਆ ਤਾਂ ਗਵਰਨਮੈਂਟ ਬਜਟ ਦੇ ਵਿੱਚ ਜ਼ਿਆਦਾ ਗਵਰਨਮੈਂਟ ਸਰਪਲਸ ਹੋਏਗਾ ਤਾਂ ਗਵਰਨਮੈਂਟ ਡੈਫਿਸਿਟ ਹੋਏਗਾ ਗਵਰਨਮੈਂਟ ਸਰਪਲਸ ਹੋਏਗਾ ਜਦੋਂ ਕਹਿੰਦੇ ਗਵਰਨਮੈਂਟ ਦੀ ਇਨਕਮ ਜੋ ਟੈਕਸਿਸ ਦੇ ਥਰੂ ਇਕੱਠੀ ਹੋ ਰਹੀ ਹੈ ਉਹ ਜ਼ਿਆਦਾ ਹੈ ਐਕਸਪੈਂਡੀਚਰ ਦੇ ਨਾਲੋਂ ਐਂਡ ਡੈਫਿਸਿਟ ਉਦੋਂ ਹੋਏਗਾ ਜਦੋਂ ਕਹਿੰਦੇ ਗਵਰਨਮੈਂਟ ਦੇ ਖਰਚੇ ਜ਼ਿਆਦਾ ਨੇ ਲੇਕਿਨ ਇਨਕਮ ਘੱਟ ਹੈ ਤਦ ਕਹਿੰਦੇ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਜਦੋਂ ਜਿਹਦੇ ਵਿੱਚ ਗਵਰਨਮੈਂਟ ਸਰਪਲਸ ਤੇ ਗਵਰਨਮੈਂਟ ਡੈਫਿਸਿਟ ਦਿਖਾਇਆ ਹੋਇਆ ਹੈ ਵਾਈ ਐਕਸਿਸ ਨੂੰ ਮਾਈਨਸ ਤੇ ਪਲੱਸ ਦੇ ਵਿੱਚ ਦਿਖਾਇਆ ਹੋਇਆ ਹੈ ਉਹ ਇਜ਼ ਦਾ ਓਰੀਜਨ ਠੀਕ ਹੈ ਉਹ ਵਾਈ ਤੇ ਕੀ ਲਿਖਿਆ ਹੋਇਆ ਹੈ ਇਨਕਮ ਲਿਖੀ ਹੋਈ ਹੈ ਗਵਰਨਮੈਂਟ ਦੀ ਤੇ ਉਹ ਐਕਸ ਤੇ ਇਨਕਮ ਲਿਖੀ ਹੋਈ ਹੈ ਤੇ ਉਹ ਵਾਈ ਤੇ ਗਵਰਨਮੈਂਟ ਜੋ ਵੀ ਹੈ ਬਜਟ ਸਰਪਲਸ ਨੂੰ ਦਿਖਾਇਆ ਹੈ ਆਪਣੀ ਜੋ ਵੀ ਇਨਕਮ ਹੈ ਉਸਨੂੰ ਐਕਸਪੈਂਡੀਚਰਸ ਨੂੰ ਉਸਨੂੰ ਦਿਖਾਇਆ ਹੈ ਤਾਂ ਗਵਰਨਮੈਂਟ ਬਜਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ कि जो अपनी गवर्नमेंट की इनकम है
ਜਦੋਂ y0 ਹੈ, y0 ਤੇ ਟੱਚ ਕਰ ਰਹੀ ਹੈ ਜੋ ਵੀ ਆਪਣੀ ਬਜਟ ਸਰਪਲਸ, ਜੋ ਵੀ y0 ਤੋਂ ਉੱਪਰ ਵਾਲੀ ਜੋ ਲਾइन है कर्व है वो की दिखा रही है गवर्नमेंट सरप्लस, बजट सरप्लस दिखा रही है, क्योंकि अपनी y0 तो ऊपर की है इनकम ज़्यादा है तो एक्सपेंडिचर घट ने। अगर आप y0 तो नीचे की गल करिए माइनस y ते जो अपनी गवर्नमेंट प्लस TR है उत्थे की है बजट डेफिसिट है, गवर्नमेंट का एक्सपेंडिचर ज़्यादा है, गवर्नमेंट ਨੂੰ ਇਨਕਮ ਘੱਟ ਹੈ ਤੇ y0 ਤੇ ਗਵਰਨਮੈਂਟ ਕਹਿੰਦੇ ਬੈਲੈਂਸ ਦੇ ਵਿੱਚ ਹੈ ਗਵਰਨਮੈਂਟ ਦਾ ਬਜਟ, ਨਾ ਤਾਂ ਕਹਿੰਦੇ ਇਨਕਮ ਜ਼ਿਆਦਾ ਹੈ ਨਾ ਐਕਸਪੈਂਡੀਚਰਸ, ਦੋਨੇ ਕੀ ਨੇ ਇਕੁਅਲ ਨੇ। y ਤੋਂ ਅਬਵ ਰਾਈਟ ਸਾਈਡ ਗੱਲ ਕਰੀਏ ਬਜਟ ਸਰਪਲਸ, ਐਕਸਪੈਂਡੀਚਰ ਘੱਟ ਇਨਕਮ ਜ਼ਿਆਦਾ, ਐਂਡ ਲੈਫਟ ਸਾਈਡ ਨੀਚੇ ਗੱਲ ਕਰੀਏ ਤਾਂ ਬਜਟ ਡੈਫਿਸਿਟ ਜਿਹਦੇ ਵਿੱਚ ਕਹਿੰਦੇ ਐਕਸਪੈਂਡੀਚਰ ਜ਼ਿਆਦਾ ਨੇ ਤੇ ਆਪਣੀ ਜੋ ਵੀ ਹੈ ਇਨਕਮ ਘੱਟ ਹੈ। तद फिर कहते की है कहते गवर्नमेंट फिजिकल पॉलिसी एंड इकनॉमिक डेवलपमेंट तुसीं देख लिया, कहते जो गवर्नमेंट अपनी जो है डेफिसिट फाइनांस के तो फर्स्ट के कहते गवर्नमेंट बजट के टैक्सेशन पॉलिसी आएगी जिसके थ्रू गवर्नमेंट अपनी जो है इनकम है इकट्ठी करेगी तो पब्लिक एक्सपेंडिचर्स करेगी, एक्सपेंडिचर्स किन्ना ते करेगी डेवलपमेंट ऑफ पब्लिक एंटरप्राइजेस की डेवलपमेंट के लिए, इनकरेज और द प्राइवेट सैक्टर में इनकरेज करने के लिए, इंफ्रास्ट्रक्चर्स को इंक्रीज करने के लिए, मीनस में कि हॉस्पिटल्स हो गया, ट्रांसपोर्ट हो गया, ब्रिज हो गया, इलैक्ट्रिसिटी फैसिलिटीज हो गया, उन्होंने इंक्रीज करने के लिए। नैक्सट इज पब्लिक डेप्ट पॉलिसी, अपनी जो गवर्नमेंट बजट के अंडर आती है, ये कहते टैक्स ने जो इंपोज किए जाते हैं, एडवांस अफैक्ट सेविंग एंड इन्वेस्टमेंट से भी पैदा है। तो कहते जो पब्लिक डेप्ट लैंदी है, जो गवर्नमेंट किया बजट डेफिसिट के चला जाता है, जिवें कि तुसीं नीचे इस डायग्राम के देख सकते हो, उहदे कहते गवर्नमेंट कई तरह के जो इंटरनल तो एक्सटर्नल डेप्ट लैंदी है। इंटरनल डेप्ट ने जी अपने जो डोमैसटिक कंट्री है वो ही पीपल्स तो लैंदी है, एंड एक्सटर्नल डेप्ट जो है डिफरेंट कंट्रीज तो की करती है बारो करती है। नैक्सट इज इंपैक्ट ऑफ बजट टैक्स एंड गवर्नमेंट स्पेंडिंग, कहते चारां का की इंपैक्ट है, ठीक है। इंपैक्ट ऑफ बजट, गवर्नमेंट बजट का की इंपैक्ट पैदा है, टैक्स का की इंपैक्ट पैदा है, तो गवर्नमेंट स्पेंडिंग का की इफैक्ट पैदा है। सब तो पहले आप पॉजिटिव इफैक्ट की गल करते हैं, तो पॉजिटिव इफैक्ट के कहते फिजिकल पॉलिसी का मेन रोल की है। तो फिर देखो फिजिकल पॉलिसी एंड स्टैबलाइजेशन, जिमें कि तुसी अपना स्टैबलाइजर देखा है गवर्नमेंट स्टैबलाइजर, जिहदे विच कहते अपना मेन एम फिजिकल पॉलिसी का की है अपनी इकॉनमी को स्टेबल रखना। ਇਹਦੇ ਲਈ ਕਹਿੰਦੇ ਫਿਜ਼ੀਕਲ ਪੋਲਿਸੀ ਜਿਹੜੇ ਹੈ ਆਪਣਾ ਬਿਜ਼ਨਸ ਸਾਈਕਲਸ ਦੇ ਵਿੱਚ ਵਰਕ ਕਰਦੀ ਹੈ, ਐਗਰੀਗੇਟ ਡਿਮਾਂਡ ਨੂੰ ਇਨਕਰੀਜ਼ ਡਿਕਰੀਜ਼ ਕਰਾਉਣ ਦੇ ਵਿੱਚ, ਪ੍ਰਾਈਸਿਸ ਨੂੰ ਕੰਟਰੋਲ ਕਰਨ ਦੇ ਵਿੱਚ। ਤਾਂ ਫਸਟ ਆ ਜਾਏਗਾ ਫਿਜ਼ੀਕਲ ਪੋਲਿਸੀ ਐਂਡ ਇਨਫਲੇਸ਼ਨ, ਕਿ ਕਿਸ ਤਰ੍ਹਾਂ ਫਿਜ਼ੀਕਲ ਪੋਲਿਸੀ ਦੀ ਹੈਲਪ ਦੇ ਨਾਲ ਗਵਰਨਮੈਂਟ ਬਜਟ ਇਨਫਲੇਸ਼ਨ ਨੂੰ ਕੰਟਰੋਲ ਕਰ ਸਕਦੀ ਆ। फस्ट डिक्रीज इन पब्लिक एक्सपेंडिचर, जो कहते प्राइसिस बहुत ज़्यादा हो गई, एग्रीगेट डिमांड ज़्यादा होएगी, इन्फ्लेशन होएगा, तब कहते गवर्नमेंट की करती है पब्लिक एक्सपेंडिचर को डिक्रीज कर देती है, जिहदे नाल की इकॉनमी दे विच जिहड़ी मनी की सप्लाई वो डिक्रीज हो जाएगी, तो एग्रीगेट डिमांड है जिहड़ी होगी है डिक्रीज हो जाएगी, प्राइसिस घट हो जाती है। इनक्रीज इन पब्लिक डेप्ट, कहते जिहड़े पब्लिक डेप्ट ने गवर्नमेंट डेप्ट ने उन्होंने विच इनक्रीज कर देंदी आ, ये थ्रू लोग की पैसा ज़्यादा सेव करना स्टार्ट कर देंगे, रेट ऑफ इंटरस्ट वगैरह बढ़ा देंदी है, ਜਿਹਦੇ ਨਾਲ ਕੀ ਆ ਪ੍ਰਾਈਵੇਟ ਸੈਕਟਰਸ ਦੇ ਵਿੱਚ ਕਹਿੰਦੇ ਬੋਰਿੰਗ ਦੀ ਜਿਹੜੀ ਪਾਵਰ ਆ ਉਹ ਘਟ ਜਾਂਦੀ ਆ। ਐਂਡ ਡਿਲੇ ਇਨ ਪੇਮੈਂਟਸ ਆਫ 올ਡ ਡੈਪਟ, ਕਹਿੰਦੇ ਇਨਫਲੇਸ਼ਨ ਦੇ ਟਾਈਮ ਜਿਹੜੇ ਵੀ ਆਪਣੇ ਡਿਊ ਡੈਪਟਸ ਨੇ ਉਹਨਾਂ ਦੇ ਵਿੱਚ ਜਿਹੜੀ ਡਿਲੇ ਸ਼ਡਿਊਲ ਹੁੰਦੀ ਆ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਵੀ ਮਨੀ ਦਾ ਫਲੋ ਜ਼ਿਆਦਾ ਹੋਵੇ ਉਹਨਾਂ ਨੂੰ ਡਿਲੇ ਕਰ ਦਿੰਦੀ ਆ। ਐਂਡ ਇਨਕਰੀਜ਼ ਇਨ ਟੈਕਸਿਸ, ਕਹਿੰਦੇ ਗਵਰਨਮੈਂਟ ਟੈਕਸਿਸ ਵਧਾ ਦਿੰਦੀ ਹੈ, ਟੈਕਸਿਸ ਵਧਣ ਦੇ ਨਾਲ ਜਿਹੜੀ ਆਪਣੇ ਪੀਪਲਸ ਦੇ ਕੋਲ ਇਨਕਮ ਬਚਦੀ ਹੈ ਡਿਸਪੋਜ਼ਲ ਇਨਕਮ ਉਹ ਘਟ ਜਾਂਦੀ ਆ, ਜਿਹਦੇ ਨਾਲ ਕੀ ਆ ਆਪਣਾ ਜੋ ਵੀ डिमांड है एंड प्राइसिस है घट हो जाती ने, तो इन्फ्लेशन घट हो जाता है। एंड ओवर वैल्यूएशन ऑफ मनी, कहते ओवर वैल्यूएशन ऑफ मनी कर देंदी आ, डीवैल्यूएशन ऑफ करंसी कर देंदी आ, मीनस अपनी करंसी की बदले वैल्यू दूसरी करंसीज के बदले की घट करना। सरप्लस बजट पॉलिसी, कहते एक्सपेंडिचर्स आ जो गवर्नमेंट्स का वो शुड भी रेवन्यू तो घट होंदा है, घट करना स्टार्ट कर देंदी आ, ठीक है, जिहदे थ्रू इन्फ्लेशन को हैल्प होंदी है। फिजिकल पॉलिसी एंड डिफ्लेशन, कहते जो डिफ्लेशन होएगा मतलब जो कहते आउटपुट ते इंप्लॉयमेंट घट होएगी, प्राइसिस घट होंगे, उस टाइम्स कहते कितना एग्रीगेट डिमांड को इनक्रीज कर सकते हैं। इनक्रीज इन गवर्नमेंट एक्सपेंडिचर्स, गवर्नमेंट अपनी स्पेंडिंग बढ़ाती है, एक्सपेंडिचर बढ़ाती है, जिहदे नाल की आ डिमांड विल भी इनक्रीज, डिमांड इनक्रीज होंदी है, ठीक है। एंड डिक्रीज इन टैक्सिस, गवर्नमेंट अपने टैक्स घटा देंदी है, जो भी डायरैक्ट ते इनडायरैक्ट टैक्सिस होंदे ने, जिहदे नाल डिस्पोजल इनकम बढ़दी है, लोगों के कोल जो इनकम वो बचेगी तो उन्होंने वो एग्रीगेट डिमांड कंजम्पशन के लिए इन्वेस्टमेंट के लिए खर्च करेंगे, ठीक है।
एंड उस तो बाद इंक्रीज इन सोशल वैलफेयर एक्सपेंडिचर, कहते गवर्नमेंट सोशल जो वैलफेयर एक्सपेंडिचर्स ने उन्होंने खर्च करती है, जिमें कि एजुकेशन, पब्लिक हेल्थ फैसिलिटीज एंड मैडिकल सर्विसेज, सोशल सिक्योरिटी, ग्रांट्स, रोड्स, कैनल्स एंड उस बाद पंप प्रीमिंग, कहते गवर्नमेंट प्राइवेट सैक्टर की हेल्प करती है इन्वेस्टमेंट थ्रू, कैपिटल फॉर्मेशन के थ्रू, जिहदे थ्रू कहते उन्होंने जो भी है बिजनेस स्टार्ट हो जाता है। एंड उस बाद प्राइस सपोर्ट प्राइस, कहते मिनिमम जो प्राइस है MSP फिक्स कर दिया ताकि जी प्रोडक्शन है वो इंक्रीज हो। डेफिसिट फाइनांस, कहते जो गवर्नमेंट का जो बजट है डेफिसिट से भी चला जाए तो उदों भी कहते गवर्नमेंट पब्लिक टैक्स लैके डिफरेंट टाइप्स ऑफ जो प्रॉब्लम्स ने उन्होंने सॉल्व कर दिया। एक्सचेंज स्टेबिलिटी एंड फिजिकल पॉलिसी, कहते एक्सचेंज स्टेबिलिटी अगर फूड सैक्टर की गल करिए, इंटरनेशनल ट्रेड की गल करिए तो उन्होंने फेवरल करने के लिए कहते फिजिकल पॉलिसी का भी मेन रोल है। कहते उस टाइम जो एक्सपोर्टर्स ने उन्होंने सबसिडीज दी जाती ने जो एक्सपोर्ट इंक्रीज करन, ठीक है, तो इनकम बाहर तो इधर आए, तो कहते इंपोर्ट प्रमोशन की जाती है, इंपोर्ट सबसिडीज दी जाती ने कि बाहरों कोई भी प्रोडक्ट ना मंगवा के सेम उसी तरह का प्रोडक्ट इतने प्रोड्यूस किया जा सके। एंड फिजिकल पॉलिसी एंड इकनॉमिक डेवलपमेंट तो पता है कि जो ग्रोथ से जी अपनी नैशनल इनकम है, आउटपुट है वो इंक्रीज हो। केन्स ने इक्विलिब्रियम आउटपुट की गल की है, तो इक्विलिब्रियम आउटपुट कितना इंक्रीज कर सकते हैं। फर्स्ट इज द कैपिटल फॉर्मेशन, कहते गवर्नमेंट की कर दिया एक कंजम्पशन एक्सपेंडिचर कर दिया, गवर्नमेंट्स जो सोशल नीड्स ने उन्होंने पूरा कर दिया। सैकेंड कहते गवर्नमेंट इन्वेस्ट कर दिया, कैपिटल फॉर्मेशन कर दिया। टैक्सेस के थ्रू कहते गवर्नमेंट जो भी है रेवेन्यू इकट्ठा कर दिया, फिर उसको की कर दिया एक्सपेंड कर दिया, उहदे थ्रू कैपिटल फॉर्मेशन कर दिया, जिमें कि स्मॉल स्केल इंडस्ट्रीज हो गया, लार्ज स्केल इंडस्ट्रीज हो गया, ठीक है, बिजनेस फॉर्म्स हो गए जिन्हें गवर्नमेंट इन्वॉल्व होंगी है, तो ये थ्रू के जो आउटपुट है अपनी इंक्रीज होगी, इकनॉमिक डेवलपमेंट होगी। इंक्रीज इन नैशनल इनकम, कहते फिजिकल पॉलिसी के कहते ये प्रूव किया गया है कि हेल्पफुल है नैशनल इनकम इंक्रीज करने के, कहते जो पब्लिक एक्सपेंडिचर है वो इंक्रीज किया जाता है, सेविंग ते इन्वेस्टमेंट ते जोर दिता जाता है, कंस्ट्रक्शन एक्टिविटीज की जाती हैं, एग्रीकल्चर ट्रांसपोर्ट इंडस्ट्री नाल रिलेटेड जो डिवेलपमेंट प्रोग्राम्स ने वो बनाए जाते हैं। तो इतने कहते शॉर्टेज ऑफ प्राइवेट जरिया प्रॉब्लम्स शॉर्ट अपने जो स्मॉल सैक्टर्स को आ रही ने, अंडर डिवेलप कंट्रीज के आ रही ने, उन्होंने फिजिकल पॉलिसी के थ्रू किया सॉल्व किया जाता है। साइक्लिकल कहते डिफरेंट टाइप्स ऑफ अनएम्प्लॉयमेंट होंगे, जिमें कि डिस्गाइज अनएम्प्लॉयमेंट हो गया, साइक्लिकल अनएम्प्लॉयमेंट हो गया। कहते फिजिकल पॉलिसी एंड साइक्लिकल अनएम्प्लॉयमेंट के कहते डिफरेंट डिफरेंट कंट्रीज के कहते रॉ मटीरियल जिमें कि एक्सपोर्ट किया जाता है, इंपोर्ट किया जाता है, तो कई टाइम जो एक्सपोर्ट इंपोर्ट होंगे दूसरे कंट्री के अपनी डोमैसटिक कंट्री रॉ मटीरियल करता है, तो प्रोडक्शन घट होती है, जिन्हें अपन फॉरेन कंट्रीज ने वो सेम गुड्स इधरों रॉ मटीरियल ले जाके उधर बना के फॉरेन गुड्स इधर अपनी घट प्राइसिस ते किने सेल कर दी है, जिस डोमैसटिक कंट्री नु रोल अपना की है लॉस होंदा है, तो फिर आपा की इत्थे कहंदे जिहड़ियां एम्प्लॉयमेंट अपॉर्चुनिटीज ने डिफरेंट कंट्रीज दे विच भी अपनी जिहड़ी है लेबर क्लास को भी दे सकते हैं, तो इत्थे भी कहंदे इंपोर्ट सब्सटीट्यूशन एंड एक्सपोर्ट प्रमोशन वाले जिहड़े अपने प्रोजेक्टर्स ने फर्म्स ने उन्होंने गवर्नमेंट की हेल्प के नाल लगाया जाता है। फिजिकल पॉलिसी एंड डिस्गाइज अनएम्प्लॉयमेंट, जो डिस्गाइज एम्प्लॉयमेंट ना हो, मोस्टली कहते एग्रीकल्चर सैक्टर के डिस्गाइज अनएम्प्लॉयमेंट पाई जाती है, तो इन्हू घटाने के लिए स्मॉल स्केल एंड लार्ज स्केल इंडस्ट्रीज ने जिहड़ियां उन्होंने ज़्यादा तो ज़्यादा किया लगाया जाता है, ठीक है। टू करैक्ट डेफिसिट इन बैलेंस ऑफ पेमेंट्स, फोर सैक्टर इकोनॉमी के जो बैलेंस ऑफ पेमेंट्स है वो भी इसके हेल्प के नाल ही की है डिक्रीज किया जा सकता है। कहते लिमिटेशंस ऑफ फिजिकल पॉलिसी इन अंडर डिवेलप कंट्रीज, डिवेलप ते अंडर डिवेलप कंट्रीज के फिजिकल पॉलिसी के कुछ ना कुछ की ने जिहड़ियां खामियां भी ने, जिवें कि लैक ऑफ इलास्टिसिटी, ये जिहड़ियां फिजिकल पॉलिसी ने इलास्टिसिटी की घाट होंदी है, गवर्नमेंट स्पेंडिंग ते टैक्सेशन दे विच इन्हां दे विच जो भी कहंदे अपने लॉस लागू होंदे ने वो हौली हौली होंदे ने। नॉन मैंशन सैक्टर्स कहंदे कि यह नॉन मोनेटाइज सैक्टर है, फिजिकल पॉलिसी के थ्रू कहते अपनी इकोनॉमी के इन्ना इफेक्ट नहीं पैंदा है। इनएडिक्वेट स्टैटिक्स कहते स्टैटिकल्स एबसेंस ऑफ एक्यूरेट स्टैटिक्स कहते अपन प्रॉपर नहीं देख सकते कि गवर्नमेंट सैक्टर का कितना इफेक्ट पे है। इलिटरेसी कहते जिहड़े गवर्नमेंट सैक्टर के अंदर कई कहते अपने ऐसे दे पर्सनस होंदे ने जिहड़े इलिटरेट होंदे ने, एंड लिमिटेड स्कोप गवर्नमेंट सैक्टर का जिहड़ा स्कोप है वो काफ़ी लिमिटेड है, इहदे विच जिहड़ियां पॉलिसीज भी काफ़ी लिमिटेड ने। अर्बन सैक्टर एग्रीकल्चर सैक्टर जिहड़ा इहदे पॉलिसीज एंजॉय कर पाउंदा है। लिमिटेशंस की ने फिजिकल पॉलिसी दिया गवर्नमेंट स्पेंडिंग दिया, फर्स्ट इज लैक ऑफ एक्यूरेट फोरकास्टिंग, कहते प्रॉपर फोरकास्टिंग नहीं की जाती, कहते गवर्नमेंट सेक्टर से क्योंकि बूम है डिप्रेशन, टेक्निकल डिमांड इंक्रीज हो रही है या डिक्रीज हो रही है,
प्राइसेस हाई हो रहे ने, लैस हो रहे ने, सानू आउटपुट इंक्रीज किवें करनी है, जो गवर्नमेंट एक्शंस लेंगे तो बहुत ज़्यादा टाइम स्पेंड हो जाता है। डिले इन डिसीजंस कहते गवर्नमेंट जो भी एक्शंस लेती है, पॉलिसीज बनाती है, उन्होंने डिसीजंस ਦੇ ਵਿੱਚ डिले ਹੁੰਦੀ है। एंड कॉन्फ्लिक्टिंग ट्रेंड्स इन पब्लिक एंड प्राइवेट सैक्टर्स कहते जो भी गवर्नमेंट इन्वॉल्व ਹੁੰਦੀ ਇਕਨੋਮੀ ਦੇ ਵਿੱਚ, ਤਾਂ ਪ੍ਰਾਈਵੇਟ ਤੇ ਜਿਹੜਾ ਪਬਲਿਕ ਸੈਕਟਰ ਹੈ ਦੋਨਾਂ ਦੇ ਵਿੱਚ ਕਨਫਲਿਕਟ ਹੁੰਦਾ ਹੈ, ਦੋਨੇ ਐਂਟੀ ਪਾਰਟੀਜ਼ ਇੱਕ ਦੂਸਰੇ ਦਾ ਵਿਰੋਧ ਕਰਦੇ ਹਨ। प्रॉब्लम ऑफ डेफिसिट फाइनेंस कहते जो गवर्नमेंट को डेफिसिट फाइनेंस हो जाता है, गवर्नमेंट का एक्सपेंडिचर गवर्नमेंट के इनकम के नालों बच जाता है, तो गवर्नमेंट इनडायरैक्ट इंटरनल ते एक्सटर्नल टैक्सेस वगैरह लैंदी है, टैक्स लैंदी है जिन्हां दा कहते अपनी इकोनॉमी ते लॉस हुंदा है, कैपिटल फॉर्मेशन घट जाती है, ते इकोनॉमी दे विच एम्प्लॉयमेंट एंड आउटपुट दे विच अफेक्ट करता है। ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੋ ਰਿਹਾ। ਅੱਜ ਆਪਾਂ ਨੇ ਪੜ੍ਹਿਆ ਸੀ ਇੰਪੈਕਟ ਆਫ ਬਜਟ ਟੈਕਸ ਐਂਡ ਗਵਰਨਮੈਂਟ ਸਪੈਂਡਿੰਗ, ਤੇ ਕੇਨਸ ਦੇ ਮਾਡਲ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਥਰਡ ਸੈਕਟਰ ਹੈ ਆਪਣਾ ਗਵਰਨਮੈਂਟ ਸੈਕਟਰ ਇਨਵੋਲਵ ਹੁੰਦਾ, ਜਿਹਦੇ ਵਿੱਚ ਐਗਰੀਗੇਟ ਜਿਹੜੀ ਡਿਮਾਂਡ ਹੈ ਉਹ ਅਫੈਕਟ ਕਰਦੀ ਹੈ, ਠੀਕ ਹੈ, ਇਨਕਰੀਜ਼ ਡਿਕਰੀਜ਼ ਹੋ ਸਕਦੀ ਹੈ ਟੈਕਸਿਸ ਐਂਡ ਗਵਰਨਮੈਂਟ ਸਪੈਂਡਿੰਗ। ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।